सो भाई साहब जी आप जी ਨੂੰ ਵਿਸਥਾਰ ਨਾਲ ਸਮਝਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ दीन के दाते मेरा गुण अवगान ना विचारो हो माटी का क्या तोपै स्वामी मानस की गत एही ना हो जति सती नहीं पढ़िया मूर्ख मुगदा जन्म पया प्रणवत नानक तिनकी शरणा जिन तू नाही विसरिया बद बखत हम चो बखील गाफिल बे नजर बेबाक नानक बगोयद जन तुरा तेरे चक्रा पाखाक तू सुल्तान कहा हो मिया तेरी कवन वडाई जो तू दे सो कहा स्वामी मैं मूर्ख कहन ना जाय कहाँ बुद्ध प्रभ तुच्छ हमारी बर न सकै महिमा जो तिहारी हम ना सकत कर सिफत तुम्हारी आप ले हो तुम कथा सुधारी। निमाण
ਮਾਨਿਆਂ ਦੇ ਮਾਨ ਸਤਿਗੁਰੂ, ਨੇ ਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੇ ਓਟ, ਨੇ ਆਸਰਿਆਂ ਦੇ ਆਸਰੇ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਧੰਨ ਗੁਰੂ ਗਰੀਬ ਨਿਵਾਜ। ਐਥੈ ਉਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਲੋਕ ਪਰਲੋਕ ਕੇ ਰਖਿਅਕ, ਦੀਨਾ ਬੰਧੂ, ਗੁਰੂ ਗਰੀਬ ਨਿਵਾਜ। ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨ ਕਮਲਾਂ ਵਿੱਚ ਸੁਭਾਏਮਾਨ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਆਪਾਂ ਸਭਨਾਂ ਨੂੰ ਸਤਿਗੁਰਾਂ ਜੀ ਦੇ ਮੁਬਾਰਕ ਚਰਨ ਕਮਲ ਪਰਸਨ ਦਾ, ਸਤਸੰਗਤ ਦੀਆਂ ਘੜੀਆਂ ਮਾਨਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਹਜੂਰ ਸਤਿਗੁਰਾਂ ਦੇ ਸ੍ਰੀ ਮੁਖਵਾਗ ਬਚਨ ਹਨ, ਵੱਡਾ ਭਾਗ ਭੇਟੇ ਗੁਰਦੇਵਾ। ਕੋਟ ਅਪਰਾਧ ਮਿਟੈ ਹਰ ਸੇਵਾ। ਸਤਿਗੁਰਾਂ ਨੇ ਸਾਡੇ ਸਭਨਾਂ ਦੇ ਵੱਡੇ ਭਾਗ ਬਣਾਉਂਦੇ ਹੋਏ ਸਤਿਗੁਰਾਂ ਦੇ ਚਰਨ ਪਰਸਨ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਜੋ ਪਰਸੋਂ ਰੋਜ਼ ਤੋਂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਉਹਨਾਂ ਦੀ ਸੰਪੂਰਨਤਾਈ ਅੱਜ ਸਵੇਰੇ ਹੋਈ ਹੈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ। ਉਪਰੰਤ ਸਤਿਗੁਰਾਂ ਦੇ ਹਜੂਰ ਦੀਵਾਨ ਸੱਜੇ ਔਰ ਸਤਿਗੁਰਾਂ ਦੀ ਸਿਫਤੋ ਸਲਾਹ ਵਿੱਚ ਸ੍ਰੀ ਭਗਤ ਰਵਿਦਾਸ ਸਾਹਿਬ ਜੀ ਦੀ ਸਿਫਤ ਸਲਾਹ ਵਿੱਚ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਸਿਫਤ ਸਲਾਹ ਵਿੱਚ ਤੁਰਕੀ ਇਲਾਹੀ ਬਾਣੀ ਦਾ ਆਪ ਜੀ ਮਨੋਹਰ ਕੀਰਤਨ ਸ਼ਰਵਣ ਕਰ ਰਹੇ ਸੀ। ਸੋ ਆਓ ਕੁਝ ਸਮਾਂ ਹੋਰ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੇ ਨਾਲ ਸਾਂਝ ਪਾਈਏ। ਸਤਿਗੁਰੂ ਜੀ ਆਪ ਦਇਆ ਬਖਸ਼ਿਸ਼ ਰਹਿਮਤ ਕਰਕੇ ਆਪ ਵਿਚਾਰ ਕਰਵਾ ਲੈਣ। ਆਪ ਸਭ ਸੰਗਤਾਂ ਅਸੀਸ ਬਖਸ਼ਿਸ਼ ਕਰੋ। ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਆਗਮਨ ਗੁਰਪੁਰਬ ਪ੍ਰਕਾਸ਼ ਗੁਰਪੁਰਬ ਸਮੁੱਚੀ ਦੁਨੀਆ ਭਰ ਵਿੱਚ ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ। ਔਰ ਸ੍ਰੀ ਭਗਤ ਰਵਿਦਾਸ ਸਾਹਿਬ ਜੀ ਸਤਿਗੁਰਾਂ ਦੇ ਅਨੰਨ ਸੇਵਕ ਦਾਸ ਅਨੰਨ ਮੇਰੋ ਨਿਜ ਰੂਪ ਐਸੇ ਸਰੂਪ ਭਗਤ ਸ੍ਰੀ ਰਵਿਦਾਸ ਸਾਹਿਬ ਜੀ, ਉਹਨਾਂ ਦਾ ਵੀ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਗੁਰਪੁਰਬ, ਉਹਨਾਂ ਦਾ ਵੀ ਜਨਮ ਦਿਹਾੜਾ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਪਰਸਦੇ ਹੋਏ ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਕੀਤਾ ਹੈ। ਸਤਵੇਂ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਨਾਂ ਉੱਤੇ ਇਸ ਸਥਾਨ ਦਾ ਨਾਮ ਵੀ ਹੈ। ਜਿਵੇਂ ਆਪਾਂ ਗੁਰਦੁਆਰਾ ਸਾਹਿਬ ਬਣੇ ਹੋਏ ਵੇਖਦੇ ਹਾਂ, ਜ਼ਿਆਦਾਤਰ ਆਪਾਂ ਪਹਿਲੇ ਪਾਤਸ਼ਾਹ ਦਸਵੇਂ ਪਾਤਸ਼ਾਹ ਪਹਿਲੇ ਪਾਤਸ਼ਾਹ ਦੇ ਨਾਂ ਉੱਪਰ ਗੁਰਦੁਆਰੇ ਦਾ ਨਾਂ ਰੱਖਦੇ ਹਾਂ। ਸੋ ਸਾਰੇ ਗੁਰੂ ਸਾਹਿਬਾਨ ਦੇ ਨਾਂ ਉੱਤੇ ਹੀ ਗੁਰੂ ਘਰਾਂ ਦੇ ਨਾਂ ਰੱਖਣੇ ਚਾਹੀਦੇ ਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਂ 'ਤੇ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਂ 'ਤੇ। ਜੇ ਲਾਗੇ ਗੁਰਦੁਆਰੇ ਦਾ ਨਾਂ ਸ੍ਰੀ ਗੁਰੂ ਨਾਨਕ ਸਾਹਿਬ ਹੈ ਤਾਂ ਆਪਾਂ ਲਾਗੇ ਹੋਰ ਗੁਰੂ ਘਰ ਹੈ ਤਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨਾਂ ਰੱਖ ਸਕਦੇ ਹਾਂ। ਇਵੇਂ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਨਾਂ 'ਤੇ ਗੁਰੂ ਘਰ ਦਾ ਨਾਂ ਵੀ ਹੈ।
ਸੋ ਇਉਂ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਬੇਅੰਤ ਵਡਿਆਈ ਹੈ, ਉੱਚੀ ਮਹਿਮਾ ਹੈ, ਸ਼ੋਭਾ ਹੈ, ਉਹਨਾਂ ਦੇ ਜੀਵਨ ਇਤਿਹਾਸ ਵਿੱਚੋਂ ਆਪਾਂ ਕੁਝ ਸਤਿਗੁਰਾਂ ਦਾ ਇਤਿਹਾਸ ਸਾਂਝਾ ਕਰਾਂਗੇ। ਇਤਿਹਾਸ ਨੂੰ ਸਾਂਝੇ ਕਰਨ ਦੇ ਕੋਈ 2-3 ਖਾਸ ਮੀਨਿੰਗ ਹੁੰਦੇ ਆ, ਹੋਰ ਤਾਂ ਬਹੁਤ ਵਿਸ਼ੇਸ਼ ਮੀਨਿੰਗ ਹੁੰਦੇ, ਅਰਥ ਹੁੰਦੇ ਆ, ਪਰ ਵਿਸ਼ੇਸ਼ ਕਰਕੇ ਇਤਿਹਾਸ ਨੂੰ ਵਾਚਣਾ ਇੱਕ ਤਾਂ ਇਹ ਕਿ ਆਪਣੇ ਇਤਿਹਾਸ ਨੂੰ ਜਿਉਂਦਾ ਰੱਖਣਾ, ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜੀ ਰੱਖਣਾ, ਇਤਿਹਾਸ ਨੂੰ ਰਿਪੀਟ ਕਰਨਾ, ਇਤਿਹਾਸ ਨੂੰ ਵਾਰ-ਵਾਰ ਵਾਚਣਾ ਜ਼ਰੂਰੀ ਆ। ਸਿਆਣਿਆਂ ਦੇ ਕਥਨ ਆਪ ਜੀ ਕਈ ਵਾਰਾਂ ਸ਼ਰਵਣ ਕੀਤੇ ਆ ਵੀ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਣ, ਵਿਰਸੇ ਨੂੰ ਭੁੱਲ ਜਾਣ, ਉਹ ਇਸ ਪ੍ਰਕਾਰ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਇਆ ਕਰਦੀਆਂ ਨੇ। ਇਸ ਕਰਕੇ ਆਪਣੀ ਕੌਮ ਨੂੰ ਜਿਉਂਦਾ ਰੱਖਣ ਵਾਸਤੇ ਤੋਂ ਇਉਂ ਇਸ ਪ੍ਰਕਾਰ ਫਿਰ ਇਤਿਹਾਸ ਨੂੰ ਜਿਉਂਦਾ ਰੱਖਣਾ, ਆਪਣੀ ਵਿਰਸੇ ਵਿਰਾਸਤ ਨੂੰ, ਬੋਲੀ ਨੂੰ ਜਿਉਂਦਾ ਰੱਖਣਾ ਜ਼ਰੂਰੀ ਆ। ਚੀਜ਼ ਤਾਂ ਹੀ ਜਿਉਂਦੀ ਰਹਿੰਦੀ ਆ ਜਿਸ ਚੀਜ਼ ਦੀ ਆਪਾਂ ਕੇਅਰ ਕਰੀਏ, ਪ੍ਰਤਪਾਲਣਾ ਹੁੰਦੀ ਰਵੇ, ਉਹਦੀ ਕੇਅਰ ਹੁੰਦੀ ਰਵੇ। ਜਿਵੇਂ ਕਿ ਰੁੱਖ ਬੂਟਾ ਹੀ ਲਾਇਆ, ਉਹਨੂੰ ਪਾਣੀ ਨਾ ਪਾਓ, ਉਹਦੀ ਕੇਅਰ ਹੀ ਨਾ ਕਰੋ ਤਾਂ ਵਿਚਾਰਾ ਸੁੱਕ ਹੀ ਜਾਣਾ। ਇਸੇ ਤਰ੍ਹਾਂ ਆਪਣਾ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਦੇ ਹਿਰਦੇ ਵਿੱਚ ਵਸਦਾ ਰਵੇ, ਉਹ ਜੁੜੇ ਰਹਿਣ ਸਾਨਾ ਮੱਤੇ ਇਤਿਹਾਸ ਦੇ ਨਾਲ। ਤਾਂ ਕਰਕੇ ਆਪਣਾ ਇਤਿਹਾਸ ਨੂੰ ਵੀ ਵਾਰ-ਵਾਰ ਰਿਪੀਟ ਕਰਨਾ। ਦੁਨੀਆ ਦੇ ਨਕਸ਼ੇ ਉੱਤੇ ਇਹ ਕੇਸਰੀ ਨਿਸ਼ਾਨ ਝੂਲਦੇ ਰਹਿਣ। ਤੋ ਇਸ ਕਰਕੇ ਜੇ ਸਿੱਖ ਵੱਖਰੀ ਕੌਮ ਦਾ ਵੀ ਆਪਾਂ ਨਾਅਰਾ ਦਿੰਦੇ ਹਾਂ ਤਾਂ ਹੀ ਆਣਾ ਜੇ ਸਾਡਾ ਇਤਿਹਾਸ ਹੈ, ਸਾਡੀ ਬੋਲੀ, ਸਾਡਾ ਵਿਰਸਾ ਜਿਉਂਦਾ ਹੈ, ਜੇ ਬਰਕਰਾਰ ਰੱਖਦੇ ਹਾਂ ਤੇ ਤਾਂ। ਸੋ ਇੱਕ ਤਾਂ ਇਹ ਮੀਨਿੰਗ ਹੈ ਵੀ ਆਉਣ ਵਾਲੀ ਪੀੜ੍ਹੀ ਨੂੰ ਜੋੜਨਾ ਇਤਿਹਾਸ ਦੇ ਨਾਲ, ਜੁੜੀ ਰਵੇ ਪੀੜ੍ਹੀ ਆਪਣੇ ਇਤਿਹਾਸ ਕੌਮ ਨਾਲ। ਸੋ ਇੱਕ ਅਰਥ ਇਹ ਵੀ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਿਫਤ ਤੋਂ ਸਲਾਹ ਕਰਨੀ, ਗੁਰੂ ਦੀਆਂ ਵਡਿਆਈਆਂ ਗਾਉਣੀਆਂ, ਗੁਰੂ ਦੇ ਗੁਣ ਗਾ ਕੇ ਤੇ ਗੁਰੂ ਦੇ ਨਾਲ ਹੋਰ ਪ੍ਰੇਮ ਵਧਾਉਣਾ, ਹਿਰਦੇ ਵਿੱਚ ਗੁਰੂ ਲਈ ਸ਼ਰਧਾ ਪੈਦਾ ਕਰਨੀ, ਸਤਿਕਾਰ ਹੋਰ ਪੈਦਾ ਕਰਨਾ। ਜਿਵੇਂ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਸਤਿਗੁਰੂ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਆਪਣੇ ਗੁਰੂ ਨੂੰ ਵੱਡਾ ਕਰਕੇ ਸਲਾਹੁਣਾ, ਉਹਦੀਆਂ ਸਿਫਤ ਤੋਂ ਸਲਾਹ ਕਰਨੀਆਂ, ਔਰ ਗੁਰੂ ਦੇ ਗੁਣਾਂ ਨੂੰ ਗਾਉਣਾ, ਗੁਰੂ ਲਈ ਹੋਰ ਪ੍ਰੇਮ ਆਪਣੇ ਹਿਰਦੇ ਵਿੱਚ ਉਤਪੰਨ ਕਰਨਾ, ਆਪਣੇ ਗੁਰੂ ਨੂੰ ਧੰਨ ਧੰਨ ਕਹਿ ਕੇ ਨਮਸਕਾਰ ਕਰਨੀ। ਇੱਕ ਇਹ ਅਰਥ ਹੈ। ਤੋ ਇੱਕ ਅਰਥ ਇਹ ਆ ਵੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਪੂਰਨੇ ਪਾਏ ਆ, ਜੋ ਸਤਿਗੁਰਾਂ ਨੇ ਸਾਨੂੰ ਆਪਣੇ ਜੀਵਨ ਕਾਲ ਵਿੱਚ ਸਿੱਖਿਆ ਦਿੱਤੀ ਆ, ਉਸ ਸਿੱਖਿਆ ਦੇ ਅਸੀਂ ਚੱਲਣਾ, ਉਸ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਲਿਆਉਣਾ। ਇਹ 3-4 ਕਾਰਨਾਂ ਕਰਕੇ ਆਪਾਂ ਗੁਰੂ ਦੇ ਇਤਿਹਾਸ ਨੂੰ ਯਾਦ ਕਰਦੇ, ਚੇਤੇ ਕਰਦੇ ਹਾਂ। ਤੇ ਇਹ 2-3 ਮੀਨਿੰਗਾਂ ਅਰਥਾਂ ਦੇ ਉੱਤੇ ਆਪਾਂ ਨਾਲ ਟੱਚ ਰਹਿ ਕੇ ਗੁਰੂ ਇਤਿਹਾਸ ਦਾ ਆਪਾਂ ਵਿਖਿਆਨ ਕਰਾਂਗੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਆ ਆਪਣੀਆਂ ਵਾਰਾਂ ਵਿੱਚ, ਕਵਿਤ ਸਬਈਆਂ ਦੇ ਵਿੱਚ, ਜਿਹੜੇ ਗੁਰਸਿੱਖ ਆਪਣੇ ਗੁਰੂ ਦਾ ਗੁਰਪੁਰਬ ਬੜੀ ਸ਼ਰਧਾ, ਭਾਵਨਾ, ਪ੍ਰੇਮ ਦੇ ਨਾਲ ਮਨਾਉਂਦੇ ਆ, ਜਿਨ੍ਹਾਂ ਦੇ ਹਿਰਦੇ ਵਿੱਚ ਆਪਣੇ ਗੁਰੂ ਲਈ ਪ੍ਰੇਮ ਆ, ਸ਼ਰਧਾ ਹੈ, ਭਾਵਨਾ ਨਾਲ ਗੁਰਪੁਰਬ ਮਨਾਉਣ ਦਾ, ਤੇ ਮਨਾ ਕੇ ਗੁਰੂ ਪ੍ਰਤੀ ਆਪਣੀ ਸੱਚੀ ਸ਼ਰਧਾ, ਅਕੀਦਾ ਗੁਰੂ ਅੱਗੇ ਅਰਪਣ ਕਰਦੇ ਆ, ਚਾਅ ਸ਼ਰਧਾ ਅਰਪਣ ਕਰਦੇ ਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗੁਣ ਗਾ ਕੇ ਪ੍ਰਸੰਨ ਹੁੰਦੇ, ਗੁਰੂ ਨਾਲ ਹੋਰ ਪ੍ਰੇਮ ਵਧਾਉਂਦੇ ਆ। ਐਸੇ ਗੁਰਸਿੱਖਾਂ ਤੋਂ ਭਾਈ ਗੁਰਦਾਸ ਜੀ ਕਹਿੰਦੇ ਸੀ ਕੁਰਬਾਨ ਹਾਂ, ਬਲਿਹਾਰ ਹਾਂ। ਉੱਥੇ ਭਾਈ ਗੁਰਦਾਸ ਜੀ ਫਰਮਾਉਂਦੇ ਆ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਅਸੀਂ ਐਸੇ ਗੁਰਸਿੱਖਾਂ ਤੋਂ ਕੁਰਬਾਨ ਹਾਂ ਜਿਹੜੇ ਭਾਵਨਾ ਸ਼ਰਧਾ ਦੇ ਨਾਲ ਆਪਣੇ ਗੁਰਾਂ ਦਾ ਗੁਰਪੁਰਬ ਮਨਾਉਂਦੇ ਆ, ਔਰ ਸ਼ਰਧਾ ਭਾਵਨਾ ਦੇ ਨਾਲ ਆਪਣੇ ਗੁਰੂ ਦੇ ਗੁਣ ਗਾਉਂਦੇ ਆ, ਗੁਰੂ ਲਈ ਹੋਰ ਚਾਹੋ ਉਤਸ਼ਾਹ ਮਨ ਵਿੱਚ ਪੈਦਾ ਕਰਦੇ, ਗੁਰੂ ਲਈ ਪ੍ਰੇਮ ਹਿਰਦੇ ਵਿੱਚ ਪੈਦਾ ਕਰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਲਈ
ਹਿਰਦੇ ਵਿੱਚ ਪ੍ਰੇਮ ਉਤਪੰਨ ਕਰਨਾ। ਉਸ ਦਿਨ ਗੁਰਪੁਰਬ ਵਾਲੇ ਦਿਨ ਗੁਰੂ ਦੇ ਗੁਣ ਗਾ ਕੇ, ਗੁਰੂ ਦੀਆਂ ਵਡਿਆਈਆਂ ਕਰਕੇ, ਗੁਰੂ ਨੂੰ ਉਸ ਦਿਨ ਧੰਨ ਧੰਨ ਕਹਿਣਾ, ਗੁਰੂ ਨੂੰ ਵਾਹ ਵਾਹ ਕਹਿਣਾ। ਤੇ ਫਿਰ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਸਿੱਖ ਗੁਰੂ ਨੂੰ ਧੰਨ ਧੰਨ ਕਹਿੰਦੇ ਆ, ਵਾਹੋ ਵਾਹੋ ਕਹਿ ਕੇ ਨਮਸਕਾਰਦੇ ਆ, ਸਤਿਕਾਰਦੇ ਆ, ਗੁਰੂ ਲਈ ਪ੍ਰੇਮ ਹਿਰਦੇ ਵਿੱਚ ਪੈਦਾ ਕਰਦੇ, ਗੁਰੂ ਦਾ ਇਤਿਹਾਸ ਚੇਤੇ ਕਰਕੇ, ਗੁਰੂ ਦੀ ਗੁਰਬਾਣੀ ਨੂੰ ਯਾਦ ਕਰਕੇ। ਤੇ ਜਿਹੜੇ ਆਪਣੇ ਗੁਰੂ ਨੂੰ ਮਹਾਰਾਜ ਜੀ ਕਹਿੰਦੇ ਧੰਨ ਧੰਨ ਆਖਦੇ ਨਾ, ਸਤਿਕਾਰ ਦੇ, ਗੁਰੂ ਦੇ ਪ੍ਰੇਮ ਹਿਰਦੇ ਵਿੱਚ ਵਧਾਉਂਦੇ ਆ, ਉਹਨਾਂ ਦੇ ਨੇੜੇ ਮਹਾਰਾਜ ਜੀ ਕਹਿੰਦੇ ਫਿਰ ਜਮ ਵੀ ਨਹੀਂ ਆਉਂਦੇ। ਜਿਵੇਂ ਗੁਰਬਾਣੀ ਵਿੱਚ ਸਤਿਗੁਰਾਂ ਦੇ ਸ੍ਰੀ ਮੁਖਵਾਕ ਬਚਨ ਨੇ, ਜਿਨੀ ਤੁਧਨੋ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ। ਮਹਾਰਾਜ ਜਿਨ੍ਹਾਂ ਨੇ ਆਪ ਜੀ ਨੂੰ ਧੰਨ ਧੰਨ ਕਹਿ ਕੇ ਨਮਸਕਾਰ ਕੀਤੀ ਆ, ਆਪ ਜੀ ਨੂੰ ਵਾਹ ਵਾਹ ਕਹਿ ਕੇ, ਧੰਨ ਧੰਨ ਕਹਿ ਕੇ ਸਤਿਕਾਰਿਆ ਆ, ਉਹਨਾਂ ਦੇ ਨੇੜੇ ਵਿਕਾਰ ਰੂਪੀ ਜਮ ਨਹੀਂ ਆਉਂਦੇ। ਉਹਨਾਂ ਦੇ ਨੇੜੇ ਮੌਤ ਰੂਪੀ ਫਰਿਸ਼ਤੇ ਜਮ ਨਹੀਂ ਆਉਂਦੇ। ਜਿਹੜੇ ਜਿੰਦ ਨਿਮਾਣੀ ਕੱਢੀਏ, ਹੱਡਾਂ ਕੂ ਕੜਕਾਏ ਜਮ ਨੇ ਜਿਹੜੇ, ਉਹ ਵੀ ਨਹੀਂ ਨੇੜੇ ਆਉਂਦੇ। ਐਸੀ ਮਹਾਰਾਜ ਸਾਹਿਬ ਜੀ ਦੀ ਸਿਫਤ ਸਲਾਹ ਕਰਨ ਦਾ ਐਸਾ ਫਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਸਲਾਹ ਕਰਦੇ ਹੋਏ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਵੀ ਫਰਮਾਉਂਦੇ ਆ ਨਾ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਜ਼ਿਕਰ ਕਰਿਆ ਕਰਦੇ। ਜਿਹੜੀ ਭਾਈ ਹਰਜੀ ਵਾਲੀ ਪੋਥੀ ਨਾ, ਜਿਹੜੀ ਹਜ਼ੂਰ ਸਾਹਿਬ ਸੀ, ਉਹਦੇ ਵਿੱਚ ਲਿਖਿਆ ਸੀ ਕਿ ਭਾਈ ਨੰਦ ਲਾਲ ਜੀ ਭਾਈ ਨੰਦ ਲਾਲ ਸਿੰਘ ਜੀ ਬਣ ਗਏ ਅੰਮ੍ਰਿਤ ਛਕ ਕੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਉਹ ਜਿਹੜਾ ਨਾਂ ਕਿਤੇ ਪਿੱਛਾ ਜਿਵੇਂ ਚੱਲਿਆ ਆਉਂਦਾ, ਉਹੀ ਜਿਵੇਂ ਰੀਤ ਇੱਕ ਚੱਲਦੀ ਆਉਂਦੀ ਰਹਿੰਦੀ, ਉੱਦਾਂ ਆਪਾਂ ਪੁਕਾਰਦੇ ਨਾਂ ਲੈਂਦੇ ਹਾਂ। ਜਿਵੇਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿੰਦੇ, ਤੇ ਪਰ ਮਹਾਰਾਜ ਜੀ ਨੇ ਨਾਮ ਅੰਮ੍ਰਿਤ ਛਕਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਮ ਬਾਬਾ ਗੁਰਬਖਸ਼ ਸਿੰਘ ਰੱਖਿਆ। ਪਰ ਆਪਾਂ ਸਾਰੇ ਜਾਣਦੇ ਬਾਬਾ ਬੰਦਾ ਸਿੰਘ ਬਹਾਦਰ, ਇਹੀ ਨਾਮ ਪ੍ਰਚਲਿਤ ਆ ਤੁਰਿਆ ਆਉਂਦਾ। ਇੱਦਾਂ ਭਾਈ ਨੰਦ ਲਾਲ ਜੀ ਪ੍ਰਚਲਿਤ ਆ ਤੁਰਿਆ ਆਉਂਦਾ ਕਹਿੰਦੇ ਆ, ਪਰ ਅੰਮ੍ਰਿਤ ਛਕ ਕੇ ਭਾਈ ਨੰਦ ਲਾਲ ਸਿੰਘ ਜੀ ਬਣ ਗਏ। ਪਰ ਭਾਈ ਨੰਦ ਲਾਲ ਸਿੰਘ ਸਾਹਿਬ ਜੀ ਫਰਮਾਉਂਦੇ ਆ ਆਪਣੀਆਂ ਇਸ ਪ੍ਰਕਾਰ ਗਜ਼ਲਾਂ ਦੇ ਵਿੱਚ, ਹੱਕ ਪਰਵਰ ਹੱਕ ਪਰਵਰ ਹੱਕ ਕੇਸ਼, ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼, ਗੁਰੂ ਕਰਤਾ ਹਰ ਰਾਏ। ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਿਫਤ ਸਲਾਹ ਕਰਦੇ ਹੋਏ ਭਾਈ ਨੰਦ ਲਾਲ ਸਿੰਘ ਜੀ ਆਖ ਰਹੇ ਆ, ਹੱਕ ਪਰਵਰ ਹੱਕ ਕੇਸ਼, ਗੁਰੂ ਕਰਤਾ ਹਰ ਰਾਏ। ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੱਕ ਸੱਚ ਨੂੰ ਪਾਲਣ ਵਾਲੇ ਆ, ਤੇ ਹੱਕ ਸੱਚ ਦੇ ਉਹ ਧਾਰਨੀ ਹਨ। ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਹੱਕ ਸੱਚ ਨੂੰ ਉਹਨਾਂ ਨੇ ਲਾਗੂ ਕੀਤਾ। ਹੱਕ ਸੱਚ ਦੇ ਸੱਚੇ ਉਹ ਧਾਰਨੀ ਸਨ, ਤੇ ਹੱਕ ਸੱਚ ਨੂੰ ਉਹ ਪਾਲਣ ਵਾਲੇ ਸਨ। ਭਾਵ ਹੱਕ ਤੇ ਸੱਚ ਦੇ ਪਹਿਰੇਦਾਰ ਸਨ, ਹੱਕ ਤੇ ਸੱਚ ਲਈ ਖਲੋਣ ਵਾਲੇ ਸਨ, ਸੱਚੇ ਦੇ ਲਈ ਮਦਦਗਾਰ ਬਣਦੇ ਸਨ। ਜਿਹੜਾ ਸੱਚ ਦੇ ਰਾਹ ਦੇ ਤੁਰਦਾ, ਹੱਕ ਦੇ ਰਾਹ ਦੇ ਤੁਰਦਾ ਆ, ਉਹਦੇ ਸਤਿਗੁਰੂ ਸਾਹਿਬ ਜੀ ਮਦਦਗਾਰ ਬਣਦੇ। ਮਹਾਰਾਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਐਸੇ ਸਰੂਪ, ਤੇ ਮਹਾਰਾਜ ਸੁਲਤਾਨ ਹਮ ਦਰਵੇਸ਼, ਗੁਰੂ ਕਰਤਾ ਹਰ ਰਾਏ। ਤੇ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੁਲਤਾਨ ਵੀ ਆ। ਚੱਕਰਵਰਤੀ ਰਾਜਾ ਜਿਹੜਾ ਹੁੰਦਾ ਨਾ, ਸੁਲਤਾਨ ਕਿਹਾ ਜਾਂਦਾ। ਇਸ ਪ੍ਰਕਾਰ ਮਹਾਰਾਜ ਜੀ ਰਾਜੇ ਵੀ ਆ, ਸੁਲਤਾਨ ਵੀ ਆ, ਚੱਕਰਵਰਤੀ, ਤੇ ਸਤਿਗੁਰੂ ਸਾਹਿਬ ਜੀ ਦਰਵੇਸ਼ ਵੀ ਆ। ਆਮ ਦੁਨੀਆ ਦੇ ਇਤਿਹਾਸ ਵਿੱਚ ਜ਼ਿਆਦਾ ਇਹੀ ਦੇਖਣ ਵਿੱਚ ਆਇਆ। ਮਹਾਰਾਜ ਸਾਹਿਬ ਜੀ ਦੇ ਸਿਧਾਂਤ ਦੁਨੀਆ ਤੇ ਪੈਦਾ ਹੋਣ ਤੋਂ ਪਹਿਲਾਂ ਵੀ ਜਿਹੜਾ ਦਰਵੇਸ਼ ਉਹ ਦਰਵੇਸ਼ ਹੀ ਸੀ, ਤੇ ਜਿਹੜਾ ਰਾਜਾ ਹੈ ਉਹ ਰਾਜਾ ਹੀ ਸੀ। ਪਰ ਮਹਾਰਾਜ ਜੀ ਨੇ ਦੋਵਾਂ ਚੀਜ਼ਾਂ ਦਾ ਸੁਮੇਲ ਕਰ ਦਿੱਤਾ। ਮਹਾਰਾਜ ਜੀ ਨੇ ਖਾਲਸੇ ਨੂੰ ਵੀ ਰਾਜ ਜੋਗੀ ਬਣਾਇਆ, ਭਗਤੀ ਸ਼ਕਤੀ ਦਾ ਸੁਮੇਲ ਕਰ ਦਿੱਤਾ, ਮੀਰੀ ਪੀਰੀ ਦਾ ਸੁਮੇਲ ਕੀਤਾ ਆ। ਇਸ ਪ੍ਰਕਾਰ ਜਿਹੜਾ ਰਾਜਾ ਸੀ ਇਕੱਲਾ, ਉਹ ਤਾਨਾਸ਼ਾਹ ਬਣ ਜਾਂਦਾ ਸੀ, ਤੇ ਜਿਹੜਾ ਇਕੱਲਾ ਦਰਵੇਸ਼ ਸੀ ਉਹ ਵਾਰ ਨਾ ਹੋਣ ਕਰਕੇ, ਰੱਖਿਆ ਨਾ ਕਰਨ ਵਾਸਤੇ ਸ਼ਸਤਰਧਾਰੀ ਨਾ ਹੋਣ ਕਰਕੇ ਜਰਵਾਣੇ ਤੇ ਆਦਿਕ ਲੁੱਟ ਲੈ ਜਾਂਦੇ ਸੀ, ਲੁੱਟਦੇ ਸੀ, ਕੁੱਟਦੇ ਸੀ।
ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਰਾਜ ਜੋਗੀ ਹੋਏ, ਸਿੱਖ ਨੂੰ ਵੀ ਰਾਜ ਜੋਗੀ ਬਣਾਇਆ। ਮਹਾਰਾਜ ਫਿਰ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ, ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚੱਕਰਵਰਤੀ ਰਾਜੇ ਸੁਲਤਾਨ ਵੀ ਨੇ ਤੇ ਮਹਾਰਾਜ ਸਾਹਿਬ ਜੀ ਦਰਵੇਸ਼ ਸਰੂਪ ਵੀ ਨੇ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਐਸੇ ਸਰੂਪ, ਫਿਰ ਐਸੇ ਸਰੂਪ ਨੂੰ ਮਹਾਰਾਜ ਜੀ ਕਹਿੰਦੇ ਜਿਹੜੇ ਧੰਨ ਧੰਨ ਕਹਿਣਗੇ ਨਾ, ਜਿਨੀ ਤੁਧਨੋਂ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ, ਉਹਨਾਂ ਦੇ ਨੇੜੇ ਫਿਰ ਜਮ ਨਹੀਂ ਆਉਣਗੇ। ਸਾਰੇ ਇੱਕ ਵਾਰ ਆਪਾਂ ਪ੍ਰੇਮ ਨਾਲ ਫਿਰ ਕਹੀਏ ਹਾਂ ਗੁਰੂ ਨੂੰ ਧੰਨ ਧੰਨ, ਸਾਰੇ ਪ੍ਰੇਮ ਨਾਲ ਉਚਾਰੋ, ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀਓ ਮਹਾਰਾਜ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀਓ ਮਹਾਰਾਜ। ਵੇਖੋ ਮਹਾਰਾਜ ਸਾਹਿਬ ਜੀ ਬਖਸ਼ਿਸ਼ ਦੇ ਰਹੇ ਆ, ਜਿਨੀ ਤੁਧਨੋਂ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ। ਤੇ ਜਿਹੜੇ ਜਮਾ ਤੋਂ ਬਚਣਾ ਚਾਹੁੰਦੇ ਹੋ ਤਾਂ ਜ਼ਰੂਰ ਕਹਿਣਗੇ, ਜਿਹੜੇ ਕਹਿੰਦੇ ਕੋਈ ਗੱਲ ਨਹੀਂ ਉਹ ਨਾ ਕਿਉ। ਸਾਰੇ ਉਚਾਰੋ ਉੱਚੀ, ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀਓ ਮਹਾਰਾਜ। ਜੋ ਭਾਈ ਨੰਦ ਲਾਲ ਸਾਹਿਬ ਜੀ ਉਚਾਰ ਰਹੇ, ਆਪਾਂ ਵੀ ਇੱਕ ਵਾਰ ਸਤਿਗੁਰਾਂ ਦੇ ਉਹ ਗੁਣ ਉਚਾਰੀਏ ਪ੍ਰੇਮ ਨਾਲ, ਸ਼ਰਧਾ ਦੇ ਨਾਲ। ਹਕ ਪਰਵਰ ਹਕ ਕੇਸ਼, ਹਕ ਪਰਵਰ ਹਕ ਕੇਸ਼। ਹਕ ਪਰਵਰ ਹਕ ਕੇਸ਼, ਹਕ ਪਰਵਰ ਹਕ ਕੇਸ਼। ਗੁਰੂ ਕਰਤਾ ਹਰ ਰਾਏ, ਗੁਰੂ ਕਰਤਾ ਹਰ ਰਾਏ। ਸੁਲਤਾਨ ਹਮ ਦਰਵੇਸ਼, ਸੁਲਤਾਨ ਹਮ ਦਰਵੇਸ਼। ਸੁਲਤਾਨ ਹਮ ਦਰਵੇਸ਼, ਸੁਲਤਾਨ ਹਮ ਦਰਵੇਸ਼। ਗੁਰੂ ਕਰਤਾ ਹਰ ਰਾਏ, ਗੁਰੂ ਕਰਤਾ ਹਰ ਰਾਏ। ਗੁਰੂ ਕਰਤਾ ਹਰ ਰਾਏ, ਗੁਰੂ ਕਰਤਾ ਹਰ ਰਾਏ। ਦਾਸ ਨੇ ਕਥਾ ਦੇ ਆਰੰਭ ਵਿੱਚ ਇਹ ਪਹਿਲਾਂ ਬੇਨਤੀ ਕੀਤੀ ਸੀ ਵੀ ਸਤਿਗੁਰਾਂ ਦੇ ਇਤਿਹਾਸ ਨੂੰ ਮਨਾਉਣ ਦੇ ਤਿੰਨ ਅਰਥ, ਖਾਸ ਕਰਕੇ ਹੋਰ ਬਥੇਰੇ ਅਰਥ ਨੇ, ਪਰ ਖਾਸ ਕਰਕੇ ਪਹਿਲਾ ਇਹ ਅਰਥ ਬਿਆਨ ਕੀਤਾ ਸੀ ਬੇਨਤੀ ਵਿੱਚ ਵੀ ਸਤਿਗੁਰਾਂ ਦਾ ਗੁਰਪੁਰਬ ਮਨਾਉਣਾ, ਸਤਿਗੁਰਾਂ ਦੀ ਸਿਫਤ ਸਲਾਹ ਕਰਨੀ, ਸਤਿਗੁਰਾਂ ਦੀ ਵਡਿਆਈ ਕਰਨੀ, ਗੁਰੂ ਲਈ ਹੋਰ ਪ੍ਰੇਮ ਹਿਰਦੇ ਵਿੱਚ ਪੈਦਾ ਕਰਨਾ, ਗੁਰੂ ਦੀ ਸਿਫਤ ਸਲਾਹ ਨੂੰ ਗਾਉਣਾ। ਤੇ ਫਿਰ ਗਾਵਾਂਗੇ ਤਾਂ ਹੀ ਨਾ, ਜੇ ਗੁਰੂ ਦੇ ਗੁਣ ਗਾਵਾਂਗੇ, ਸਿਫਤ ਸਲਾਹ ਗਾਵਾਂਗੇ ਪ੍ਰੇਮ ਨਾਲ। ਤੇ ਇੱਕ ਅਰਥ ਦੱਸਿਆ ਸੀਗਾ ਆਪਣੇ ਇਤਿਹਾਸ ਨੂੰ ਵਾਰ-ਵਾਰ ਰਿਪੀਟ ਕਰਨਾ, ਆਪਣੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਹਿਰਦੇ ਵਿੱਚ ਉਕਰਦੇ ਰਹਿਣਾ, ਵਾਹੁੰਦੇ ਰਹਿਣਾ ਵੀ ਉਹ ਜੁੜੇ ਰਹਿਣ ਦੁਨੀਆ ਦੇ ਨਕਸ਼ੇ ਦੇ ਉੱਤੇ ਸਾਡਾ ਇਤਿਹਾਸ ਜਿਉਂਦਾ ਰਹੇ। ਤਾਂ ਵਾਰ-ਵਾਰ ਰਿਪੀਟ ਵੀ ਕਰਨਾ, ਚੇਤੇ ਵੀ ਰੱਖਣਾ। ਤੇ ਇੱਕ ਅਰਥ ਦੱਸਿਆ ਸੀਗਾ ਇਤਿਹਾਸ ਨੂੰ ਸਾਂਝਾ ਕਰਨ ਦਾ, ਗੁਰਪੁਰਬ ਮਨਾਉਣ ਦਾ, ਵੀ ਗੁਰੂ ਸਾਹਿਬ ਨੇ ਜੋ ਸਾਡੇ ਲਈ ਪੂਰਨੇ ਪਾਏ ਸਿੱਖਿਆ ਦਿੱਤੀ ਆ, ਉਹਨੂੰ ਵੀ ਆਪਣੇ ਜੀਵਨ ਵਿੱਚ ਧਾਰਨ ਕਰਨਾ। ਸੋ ਐਸੀ ਸਿਫਤ ਸਲਾਹ ਭਾਈ ਨੰਦ ਲਾਲ ਸਿੰਘ ਜੀ ਕਰ ਰਹੇ ਆ ਵੀ ਗੁਰੂ ਕਰਤਾ ਹਰ ਰਾਏ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਆਪ ਕਰਤਾ ਦੇ ਸਰੂਪ ਨੇ, ਅਕਾਲ ਪੁਰਖ ਦੇ ਸਰੂਪ ਆ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਮੁੱਢਲੇ ਜੀਵਨ ਦੀ ਜੇ ਇਤਿਹਾਸ ਦੀ ਜਾਣਕਾਰੀ ਦੀ ਸਾਂਝ ਕਰੀਏ ਤਾਂ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੀਰਤਪੁਰ ਦੀ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੁੰਦੇ ਆ। ਔਰ ਮਹਾਰਾਜ ਜੀ 1686 ਸੰਮਤ ਨੂੰ ਔਰ ਮਾਘ ਸੁਦੀ 13ਵੀਂ ਨੂੰ ਤੇ 1630 ਈਸਵੀ ਬਣਦੀ ਆ ਉਹ।
ਜਿਹੜੀ ਅੰਗਰੇਜ਼ੀ ਤਰੀਕ ਦੀ ਕੈਲੰਡਰ ਦੀ ਤਰੀਕ ਆ 1630 ਬਣਦੀ, ਪਰ ਆਪਾਂ ਆਪਣੇ ਇਤਿਹਾਸ ਵਿਰਸੇ ਦੇ ਨਾਲ ਵੀ ਜੁੜੇ ਰਹਿਣਾ। ਇਹ ਵਿੱਚ ਮੈਂ ਬੇਨਤੀ ਕਰਾਂ, ਉਹ ਮਾਘ ਦੀ ਜਿਹੜੀ ਸੁਦੀ ਹੈ ਨਾ, ਮਾਘ ਸੁਦੀ 13ਵੀਂ ਨੂੰ ਤੇ 1686 ਮਹਾਰਾਜ ਸਾਹਿਬ ਜੀ ਸੰਮਤ ਨੂੰ ਪ੍ਰਕਾਸ਼ਮਾਨ ਹੋਏ ਆ। ਇਸ ਕਰਕੇ ਇਹ ਤਰੀਕਾਂ ਨੂੰ ਆਪਾਂ ਯਾਦ ਰੱਖਣਾ, ਚੇਤੇ ਰੱਖਣਾ। ਇਹ ਤਾਂ ਗੱਲ ਬੜੀ ਸੀ, ਕਹਿੰਦੇ ਆ ਵੀ ਸਿੱਖ ਇੱਕ ਵੱਖਰੀ ਕੌਮ ਆ, ਸਿੱਖ ਇੱਕ ਵੱਖਰੀ ਕੌਮ ਆ, ਤੇ ਵੱਖਰੀ ਕੌਮ ਤੇ ਤਾਂ ਹੀ ਰਹੂਗੀ ਨਾ ਜੇ ਆਪਾਂ ਆਪਣੇ ਇਤਿਹਾਸ ਨੂੰ ਜਿਉਂਦਾ ਰੱਖਿਆ, ਵਿਰਸੇ ਬੋਲੀ ਨੂੰ ਜਿਉਂਦਾ ਰੱਖਾਂਗੇ। ਜੋ ਗੁਰਬਾਣੀ ਇਤਿਹਾਸ ਵਿੱਚ ਮਹਾਰਾਜ ਜੀ ਨੇ ਦਿੱਤਾ ਹੈ ਉਹਨੂੰ ਸਾਂਭ ਕੇ ਰੱਖਾਂਗੇ। ਜੇ ਨਾ ਗੁਰੂ ਨੇ ਜਿਹੋ ਜਿਹਾ ਸਾਨੂੰ ਸਰੂਪ ਦਿੱਤਾ ਸੀ, ਜੇ ਨਾ ਉਹ ਸਾਂਭਿਆ ਤੇ ਨਾ ਹੀ ਗੁਰੂ ਕੀ ਗੁਰਬਾਣੀ ਇਤਿਹਾਸ ਨੂੰ ਸਾਂਭਿਆ, ਫਿਰ ਕਿੱਦਾਂ ਅਸੀਂ ਵੱਖਰੀ ਕੌਮ ਕਹਿ ਸਕਦੇ ਹਾਂ? ਫਿਰ ਤਾਂ ਰਲ ਗਏ ਨਾ ਉਹਨਾਂ ਦੇ ਵਿੱਚ ਹੀ, ਇਹੋ ਜਿਹਾ ਸਰੂਪ ਵੀ ਨਹੀਂ ਰਹਿਣ ਦਿੱਤਾ। ਆਪਣਾ ਕੋਈ ਪਛਾਣ ਨਹੀਂ ਸਕਦਾ ਵੀ ਸਿੱਖਾਂ ਕਿ ਕੌਣ ਆ। ਸਰੂਪ ਵੀ ਕ੍ਰਿਸਚਨਾਂ ਵਾਲਾ ਬਣਾ ਲਿਆ, ਕਹਿਣਾ ਵੀ ਪਤਾ ਨਹੀਂ ਕੌਣ ਤੁਰਿਆ ਜਾ ਰਿਹਾ, ਕ੍ਰਿਸਚਨਾਂ ਕਿ ਸਿੱਖ ਆ, ਪਤਾ ਨਹੀਂ ਲੱਗਣਾ। ਇਸ ਕਰਕੇ ਇਹ ਗੱਲ ਸੁਣਦੇ ਕਹਿੰਦੇ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ ਕਹੀ ਵੀ ਸਿੱਖ ਇੱਕ ਵੱਖਰੀ ਕੌਮ ਹੈ, ਨਿਸ਼ਚੇਵਾਚਕ ਵੱਖਰੀ ਕੌਮ ਆ। ਇਹਨੂੰ ਕੋਈ ਘੱਟੇ ਦੇ ਵਿੱਚ ਰੋਲਣ ਵਾਲਾ ਅਜ ਤੱਕ ਜੰਮਿਆ ਨਹੀਂ, ਇਹ ਹਕੀਕਤ ਆ। ਪਰ ਜ਼ਿੰਮੇਵਾਰੀ ਸਾਡੀ ਉੱਥੇ ਬਣਦੀ ਆ। ਫਿਰ ਜੇ ਵੱਖਰੀ ਕੌਮ ਕਹਿੰਦੇ ਆ ਤੇ ਵੱਖਰੇ ਤਾਂ ਹੀ ਆਣਾ ਜੇ ਆਪਾਂ ਗੁਰੂ ਦੇ ਇਤਿਹਾਸ ਨੂੰ ਜਿਉਂਦਾ ਰੱਖੀਏ। ਅੱਜ ਜਿਹੋ ਜਿਹਾ ਸਤਿਗੁਰਾਂ ਸਰੂਪ ਸਾਨੂੰ ਦਿੱਤਾ ਆ, ਕੇਸਾ ਧਾਰੀ ਅੰਮ੍ਰਿਤਧਾਰੀ ਕਲਗੀਧਰ ਸਾਹਿਬ ਨੇ ਆਪਣਾ ਸਰੂਪ, ਉਹਨੂੰ ਜੇ ਜਿਉਂਦਾ ਰੱਖੀਏ, ਉਹਨੂੰ ਪਾਲਦੇ ਰਹੀਏ, ਉਸ ਬੂਟੇ ਨੂੰ ਪਾਣੀ ਦੇ ਕੇ। ਤਾਂ ਸੋ ਇਤਿਹਾਸ ਦੀ ਮੈਂ ਜ਼ਿਕਰ ਕਰਨ ਲੱਗਾ ਸੀਗਾ ਵੀ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਜਿਹੜੀਆਂ ਸੰਮਤਾਂ ਤਰੀਕਾਂ ਸਾਨੂੰ ਦਿੱਤੀਆਂ ਆ, ਆਪਾਂ ਉਹਦੇ ਮੁਤਾਬਕ ਵੀ ਚੱਲਣ ਦੀ ਕੋਸ਼ਿਸ਼ ਕਰੀਏ। ਇਹ ਨਹੀਂ ਵੀ ਜਿਹੜਾ ਪੁਰੇਵਾਲ ਨੇ ਕੈਲੰਡਰ ਦੇ ਦਿੱਤਾ ਉਹਦੇ ਪਿੱਛੇ ਦੌੜੀ ਫਿਰਨਾ। ਪੁਰੇਵਾਲ ਉਦੋਂ ਜੰਮਿਆ ਵੀ ਨਹੀਂ ਸੀ ਜੋ ਨਾਨਕਸ਼ਾਹੀ ਸੰਮਤ ਚੱਲਦੀ ਸੀ, ਉਦੋਂ ਪੁਰੇਵਾਲ ਜੰਮਿਆ ਵੀ ਨਹੀਂ ਸੀ ਜਦੋਂ ਤੋਂ ਸਿੱਖ ਜਿਹੜੇ ਨਾਨਕਸ਼ਾਹੀ ਸੰਮਤ ਵਰਤਦੇ ਆ ਰਹੇ ਆ। ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੇ ਸੰਬਤ 17 ਸਹਿਸ ਭਣਿਜੈ, ਅਰਧ ਸਹਿਸ ਖੁਣ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸੁਤਦਰਵ ਗ੍ਰੰਥ ਸੁਧਾਰਾ। ਸੰਬਤ 17 ਸਹਿਸ ਭਣਿਜੈ, 1700 ਸੰਬਤ, ਸੰਬਤ 17 ਸਹਿਸ ਭਣਿਜੈ। ਇਹ ਜਿਹੜੀਆਂ ਸੰਬਤਾਂ ਦਾ ਜ਼ਿਕਰ ਕੀਤਾ ਆ ਨਾ, ਇਹਨਾਂ ਨੂੰ ਯਾਦ ਰੱਖਣਾ, ਚੇਤੇ ਰੱਖਣਾ। ਆਵਨ 78 ਜਾਨ 97 ਹੋਰ ਵੀ ਉਠ ਸੀ ਮਰਦ ਕਾ ਚੇਲਾ। ਉਹ ਕਿਹੜੇ ਕ੍ਰਿਸਚਨਾਂ ਦੇ ਕੈਲੰਡਰ ਦੇ ਨਾਲ ਅਰਥ ਕਰੋਗੇ ਉਸਦੇ? ਇਸ ਕਰਕੇ ਜਿਵੇਂ ਨਵਾਂ ਸਾਲ ਜਿਹੜਾ ਆ ਹੁਣ ਚੇਤ ਦੇ ਮਹੀਨੇ ਵਿੱਚ ਖਾਲਸੇ ਦਾ ਆਰੰਭ ਹੋਣਾ, ਅਸੀਂ ਹਜ਼ਰਤ ਈਸਾ ਜੀ ਦਾ ਹੀ ਮਨਾਏਂਗੇ ਜਨਮ ਦਿਨ। ਉਹ ਤੋਂ ਮੀਨਿੰਗਲੈਸ ਇਹਨਾਂ ਦਾ ਕੈਲੰਡਰ ਚੱਲ ਰਿਹਾ, ਅਸੀਂ ਉਹਦੇ ਤੇ ਹੀ ਸਭ ਕੁਝ ਆਪਣਾ ਇਤਿਹਾਸ ਨੂੰ। ਠੀਕ ਹੈ, ਇੱਕ ਵਪਾਰਕ ਕੈਲੰਡਰ ਹੈ, ਇਹ ਦੁਨੀਆ ਦੇ ਨਾਲ ਵਪਾਰਕ ਹੁੰਦਾ, ਦੁਨੀਆ ਲੈਣ ਦੇਣ ਚੱਲਣਾ, ਵਪਾਰ ਕਰਨਾ, ਜਿੱਥੋਂ ਤੱਕ ਇਹਦੀ ਲੋੜ ਹੈ ਉਹਨਾਂ ਕੁ ਵਰਤਣਾ। ਇਹ ਵਪਾਰਕ ਕੈਲੰਡਰ ਤੇ ਕਹਿ ਸਕਦੇ ਹਾਂ ਕ੍ਰਿਸਚਨ ਕੈਲੰਡਰ ਨੂੰ, ਉਹਨਾਂ ਕੁ ਜਿੰਨੀ ਕੁ ਲੋੜ ਵਰਤਣਾ। ਪਰ ਆਪਣੇ ਇਤਿਹਾਸ ਗੁਰਬਾਣੀ ਉੱਤੇ ਨਹੀਂ ਨੂੰ ਥੋਪ ਸਕਦੇ ਆਪਾਂ, ਉੱਥੇ ਫਿਰ ਦੁਬਿਧਾ ਪੈ ਜਾਂਦੀ ਹੈ। ਜਦੋਂ ਇਸ ਨੂੰ ਥੋਪਾਂਗੇ ਉਦੋਂ ਗੁਰਪੁਰਬ ਇਸ ਪ੍ਰਕਾਰ ਕਹਿੰਦੇ 5 ਜਨਵਰੀ ਨੂੰ ਅਖੇ ਬਣਾ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ। 5 ਜਨਵਰੀ ਨੂੰ ਮਹਾਰਾਜ ਸਾਹਿਬ ਪ੍ਰਕਾਸ਼ ਹੀ ਨਹੀਂ ਹੋਏ ਤੇ ਧੱਕੇ ਨਾਲ ਹੀ ਮਨਾਈ ਜਾਓ। ਜਿਵੇਂ ਆਪਣਾ ਬਰਥਡੇ ਦਾ ਤੁਸੀਂ ਐਨ ਤਰੀਕ ਚੇਤੇ ਰੱਖਦੇ ਹੋ, ਉਸੇ ਦਿਨ ਹੀ ਮਨਾਉਂਦੇ ਆ, ਤੇ ਉਹ 5 ਜਨਵਰੀ ਤੋਂ ਮਹਾਰਾਜ ਪ੍ਰਕਾਸ਼ ਹੋਏ ਨਹੀਂ, ਧੱਕੇ ਨਾਲ ਹੀ ਲਿਖ ਦਿਓ ਵੀ ਉਸ ਦਿਨ ਮਨਾਈ ਜਾਓ। ਚਲੋ ਠੀਕ ਹੈ। ਇਸ ਕਰਕੇ ਜੋ ਮਹਾਰਾਜ ਸਾਹਿਬ ਵਪਾਰਕ ਕੈਲੰਡਰ ਆ, ਉੱਥੋਂ ਤੱਕ ਜਿੰਨੀ ਲੋੜ ਉੱਥੋਂ ਤੱਕ ਇਹਦੀ ਆਪਾਂ ਸਾਂਝ ਰੱਖਣੀ ਆ। ਇਤਿਹਾਸ ਗੁਰਬਾਣੀ ਤੇ ਨਹੀਂ ਲਾਗੂ ਕਰ ਸਕਦੇ ਹਾਂ। ਇਹ ਤਾਂ ਇਤਿਹਾਸ ਜਿਹੜਾ ਕ੍ਰਿਸਚਨ ਕੈਲੰਡਰ ਹੈ ਤੇ ਆਮ ਮੀਨਿੰਗਲੈਸ ਆ। ਦਸੰਬਰ ਜਿਹੜਾ ਉਹ ਦਸੰਬਰ 10ਵਾਂ ਮਹੀਨਾ ਆ, ਤੇ ਇਸ ਪ੍ਰਕਾਰ ਅਕਤੂਬਰ 9ਵਾਂ ਮਹੀਨਾ ਆ। ਇਸ ਪ੍ਰਕਾਰ ਦਸੰਬਰ 10ਵਾਂ ਸੀਗਾ ਤੇ ਇਹ 12ਵਾਂ ਕਹੀ ਜਾਂਦੇ, ਮੀਨਿੰਗਲੈਸ ਆਪ ਹੋਏ ਫਿਰਦੇ ਆ। ਪਰ ਅਸੀਂ ਮਹਾਰਾਜ ਸਾਨੂੰ ਕੁਦਰਤ ਦੇ ਨਾਲ ਐਨ ਜੋੜਿਆ, ਐਨ ਕੁਦਰਤ ਦੇ ਨਾਲ। ਹੁਣ ਚੇਤ ਤੋਂ ਮਹਾਰਾਜ ਕਹਿੰਦੇ ਨਵੀਂ ਚੀਜ਼ ਆਰੰਭ ਹੁੰਦੀ ਹੈ, ਨਵੀਂ। ਉਦੋਂ ਹੀ ਵੇਖਿਓ ਬੂਟੇ ਉੱਗਣੇ ਆ, ਬਸੰਤ ਦੀ ਰੁੱਤ ਆਉਣੀ ਆ, ਉਦੋਂ ਨਵੇਂ ਪੁੰਗਾਰ ਫੁੱਟਣੇ ਆ, ਬੂਟੇ ਉੱਗਣੇ ਆ। ਉਦੋਂ ਜਿਹੜੀਆਂ ਬਰਫਾਂ ਨੇ ਮਿਲਟ ਹੋ ਕੇ ਉਹਨਾਂ ਨੇ ਦਰਿਆਵਾਂ ਵਾਲਾ ਆਪਣੀ ਮੰਜ਼ਲਾਂ ਵਾਲੇ ਪਾਸੇ ਤੁਰਨਾ, ਉਦੋਂ ਨਵੀਂ ਕੁਦਰਤ ਉਪਜ ਰਹੀ ਆ, ਫੁੱਟ ਰਹੀ ਆ। ਉਦੋਂ ਨਵਾਂਪਣ ਆ ਰਿਹਾ ਚੇਤ ਦੇ ਮਹੀਨੇ ਵਿੱਚ, ਮਾਰਚ ਦੇ ਮਹੀਨੇ 'ਚ ਆਉਣਾ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਇੰਨਾ ਹੀ ਸੀ, ਜਿਹੜਾ ਮਹਾਰਾਜ ਨੇ ਚੇਤ ਤੋਂ ਲੈ ਕੇ ਫੱਗਣ ਤੱਕ 12 ਮਹੀਨਿਆਂ ਦਾ ਗੁਰਬਾਣੀ ਵਿੱਚ ਜ਼ਿਕਰ ਕੀਤਾ ਨਾ, ਆਪਾਂ ਆਪਣੇ ਇਤਿਹਾਸ ਦੇ ਨਾਲ ਵੀ ਜੁੜੀਏ। ਆਪਣੇ ਬੱਚਿਆਂ ਨੂੰ ਇਹ ਸੰਮਤਾਂ, ਇਹ ਦੇਸੀ ਤਰੀਕਾਂ, ਦੇਸੀ ਮਹੀਨੇ ਯਾਦ ਕਰਾਈਏ। ਵਿਆਹ ਦਾ ਕਾਰਡ ਲਿਖਦੇ ਉਹਦੇ ਵਿੱਚ ਦੇਸੀ ਤਰੀਕ ਨਾਨਕਸ਼ਾਹੀ ਸੰਮਤ ਵੀ ਲਿਖਿਆ ਕਰੋ।
ਇਸ ਪ੍ਰਕਾਰ ਨਾਨਕ ਸਾਈ ਸਮਝਦੇ ਸੀ ਮਹੀਨੇ ਲਿਖਿਆ ਕਰੋ। ਕਹਿਣ ਤੋਂ ਭਾਵ ਸੀ ਵੀ ਵੱਖਰੀ ਕੌਮ ਸਿੱਖ ਇਤਿਹਾਸ ਜੇ ਕਹਿੰਦੇ ਜਿਉਂਦਾ ਰਵੇ ਤੇ ਫਿਰ ਆਪਣੇ ਇਤਿਹਾਸ ਦੇ ਨਾਲ ਜੁੜਨਾ ਪੈਣਾ। ਸੋ ਮਾਘ ਸੁਦੀ 13ਵੀਂ ਨੂੰ ਸੰਮਤ 1686 ਨੂੰ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ 1630 ਈਸਵੀ ਕਹਿ ਲੋ, ਉਸ ਦਿਨ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਤੇ ਮਾਤਾ ਨਿਹਾਲ ਕੌਰ ਜੀ ਕੁੱਖ ਵਿੱਚੋਂ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਆ। ਹੁਣ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪੋਤਰੇ ਆ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਹਿਬ ਜੀ। ਔਰ ਜਿਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 4-5 ਸਾਹਿਬਜ਼ਾਦੇ ਆ, ਔਰ ਇੱਕ ਉਹਨਾਂ ਦੀ ਸੁਪੁੱਤਰੀ ਆ ਬੀਬੀ ਵੀਰੋ। ਔਰ ਪਹਿਲੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਾ ਗੁਰਦਿੱਤਾ ਜੀ ਆ, ਔਰ ਅਟਲ ਰਾਏ ਜੀ, ਅਣੀ ਰਾਏ ਜੀ, ਸੂਰਜਮਲ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ ਆ। ਤੇ ਬਾਬਾ ਗੁਰਦਿੱਤਾ ਜੀ ਜਿਹੜੇ ਆ 6ਵੇਂ ਪਾਤਸ਼ਾਹ ਦੇ ਜਿਹੜੇ ਵੱਡੇ ਸਾਹਿਬਜ਼ਾਦੇ, ਉਹਨਾਂ ਦੇ ਫਿਰ ਸਾਹਿਬਜ਼ਾਦੇ ਹੋਏ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ। ਇਸ ਕਰਕੇ ਫਿਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੇ 6ਵੇਂ ਪਾਤਸ਼ਾਹ ਜੀ ਦਾਦਾ ਪੋਤਾ ਲੱਗਦੇ ਆਪਸ ਵਿੱਚ। ਤੇ ਜਦੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਆਯੂ ਅਜੇ ਬਹੁਤ ਛੋਟੀ ਸੀ, ਬਾਲ ਉਮਰ ਵਿੱਚ ਹੀ ਬਾਬਾ ਗੁਰਦਿੱਤਾ ਜੀ ਜਿਹੜੇ ਸੱਚਖੰਡ ਨੂੰ ਚਲੇ ਗਏ ਆ। ਔਰ ਇਸ ਪ੍ਰਕਾਰ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੀ ਨਿਗਰਾਨੀ ਵਿੱਚ ਹੀ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਲਣਾ ਪੋਸ਼ਣਾ ਕੀਤੀ ਆ। ਆਪਣੀ ਨਿਗਰਾਨੀ ਵਿੱਚ ਰੱਖ ਕੇ ਮਹਾਰਾਜ ਜੀ ਨੂੰ ਵਿੱਦਿਆ ਪੜ੍ਹਾਈ, ਸ਼ਾਸਤਰ ਵਿੱਦਿਆ ਸਿਖਾਈ, ਔਰ ਮਹਾਰਾਜ ਜੀ ਦੇ ਨਾਲ ਪ੍ਰੇਮ ਬੈਰਾਗ ਦੀਆਂ ਸਤਿਗੁਰੂ ਸਾਹਿਬ ਜੀ ਬਾਤਾਂ ਬਚਪਨ ਵਿੱਚ ਕਰਦੇ ਰਹਿੰਦੇ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੇ ਦਾਦਾ ਜੀ ਦੇ ਨਾਲ ਰਹਿੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਉਹ ਸੰਤ ਸਿਪਾਹੀਆਂ ਵਾਲੇ ਗੁਣ ਧਾਰਨ ਕਰ ਲਏ। ਹੁਣ ਜਿੱਥੇ ਕੀਰਤਪੁਰ ਸਾਹਿਬ ਦਾ ਸਥਾਨ ਆ ਨਾ, ਤੇ ਸ਼ੀਸ਼ ਮਹਿਲ ਸਾਹਿਬ ਗੁਰਦੁਆਰਾ ਆ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਸਥਾਨ ਬਣਿਆ ਹੋਇਆ ਸ਼ੀਸ਼ ਮਹਿਲ ਸਾਹਿਬ ਗੁਰਦੁਆਰਾ। ਜਦੋਂ ਕਿਤੇ ਜਾਓ ਦਰਸ਼ਨ ਕਰੋ, ਉੱਥੇ ਜਾ ਕੇ ਬੜੀ ਮਿਹਨਤਾਂ ਦੇ ਨਾਲ ਗੁਰੂ ਘਰ ਉਹ ਤਿਆਰ ਹੋਏ ਆ। ਔਰ ਉਹ ਸਥਾਨ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਕੀਤੀ ਆ। ਜੋ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਸ੍ਰੀ ਅਨੰਦਪੁਰ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ ਆਣਾ, ਉੱਥੋਂ ਵਾਲੇ ਜਿਹੜੇ ਮਹਾਂਪੁਰਖ ਹੋਏ ਆ, ਪਹਿਲਾਂ ਬਾਬਾ ਸੇਵਾ ਸਿੰਘ ਜੀ, ਬਾਬਾ ਭਾਗ ਸਿੰਘ ਜੀ, ਬਾਬਾ ਲਾਭ ਸਿੰਘ ਜੀ ਹੋਏ ਆ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ। ਔਰ ਉਦੋਂ ਸ਼ੀਸ਼ ਮਹਿਲ ਗੁਰਦੁਆਰਾ ਜਿੱਥੇ ਬਣਿਆ ਹੋਇਆ ਆ, ਪਹਿਲਾਂ ਇਹ 10ਵੇਂ ਪਾਤਸ਼ਾਹ ਤੋਂ ਵੇਲੇ ਇਹ ਸੋਢੀਆਂ ਦੇ ਪਾਸ ਇਹ ਸਥਾਨ ਰਿਹਾ, ਮਗਰੋਂ ਹੋਰ ਬਦਲਦਾ ਗਿਆ। ਪਰ ਉੱਥੇ ਕੁਝ ਸਮਾਂ ਇਸ ਪ੍ਰਕਾਰ ਪਹਿਲਾਂ ਮੰਦਿਰ ਬਣਿਆ ਰਿਹਾ, ਹਿੰਦੂਆਂ ਦਾ ਮੰਦਿਰ। ਤੇ ਉੱਥੋਂ ਜਦੋਂ ਜਾ ਕੇ ਸੰਗਤਾਂ ਨੇ ਮਹਾਂਪੁਰਖਾਂ ਨੇ ਬੇਨਤੀ ਕੀਤੀ ਕਿ ਇਸ ਪ੍ਰਕਾਰ ਤੁਸੀਂ ਇੱਥੇ ਗੁਰੂ ਦਾ ਇਹ ਪ੍ਰਕਾਸ਼ ਸਥਾਨ ਹੈ, ਇੱਥੇ ਗੁਰਦੁਆਰਾ ਸਾਹਿਬ ਬਣਨਾ ਆ, ਤੇ ਇਹ ਸਥਾਨ ਤੁਸੀਂ ਸਿੱਖ ਕੌਮ ਨੂੰ ਦੇਣਾ ਕਰੋ। ਇਹ ਤੁਹਾਨੂੰ ਇਸ ਪ੍ਰਕਾਰ ਤੁਹਾਡਾ ਮੰਦਿਰ ਹੋਰ ਜਗ੍ਹਾ ਤੇ ਬਣਾ ਦੇਵਾਂਗੇ ਸੋਹਣਾ ਤੇ ਸੁੰਦਰ। ਪਰ ਉੱਥੋਂ ਦਾ ਜਿਹੜਾ ਮੇਨ ਬ੍ਰਾਹਮਣ ਪੰਡਤ ਸੀਗਾ ਤੇ ਇੱਕ ਉੱਥੋਂ ਦਾ ਹੋਰ ਸ਼ਾਹੂਕਾਰ ਸੀ ਜਿਹੜਾ, ਤੇ ਉਹ ਦੋਵੇਂ ਨਹੀਂ ਸਨ ਮੰਨਦੇ। ਹੁਣ ਜਿਹੜੇ ਕਈ ਕਹਿੰਦੇ ਆ ਵੀ ਇਹ ਕਾਰ ਸੇਵਾ ਵਾਲੇ ਤੇ ਕਿੰਤੂ ਪਰੰਤੂ ਕਰਦੇ ਆ, ਟੀਕਾ ਟੱਪਣੀ ਕਰਦੇ ਨੇ, ਇਹਨਾਂ ਜੀ ਕੀ ਦੇਣ ਆ, ਬਹੁਤ ਦੇਣ ਆ। ਹਾਂ ਇੱਕਾ ਦੁੱਕਾ ਜੇ ਕੋਈ ਗੱਲ ਐਸੀ ਹੁੰਦੀ ਆ ਤੇ ਉਹਦੇ ਵਿੱਚ ਅਸੀਂ ਐਵੇਂ ਉਸ ਚੀਜ਼ ਨੂੰ ਲੈ ਕੇ ਤੇ ਭੰਡੀ ਜਾਈਏ, ਇਹ ਦਰੁਸਤ ਨਹੀਂ ਗੱਲ। ਗੁਣ ਵੀ ਵੇਖਣੇ ਚਾਹੀਦੇ ਆ, ਗੁਣ ਕਿੰਨੇ ਆ, ਪਰ ਉਪਕਾਰ ਕਿੰਨੇ ਕੀਤੇ ਆ। ਜੋ ਮਹਾਰਾਜ ਜੀ ਨੇ ਮਸੰਦ ਪ੍ਰਥਾ ਚਲਾਈ, ਸਤਿਗੁਰੂ ਸਾਹਿਬ ਜੀ ਨੇ 72 ਪੀੜੇ ਬੀਬੀਆਂ ਨੂੰ ਦਿੱਤੇ, ਔਰ ਇਸ ਪ੍ਰਕਾਰ 22 ਮੰਜੀਆਂ ਦਾ ਇਤਿਹਾਸ ਚਲਾਇਆ, ਮਸੰਦ ਪ੍ਰਥਾ ਚਲਾਈ। ਉਹ ਵੀ ਗੁਰੂ ਕੀ ਕਾਰ ਸੇਵਾ ਸੰਪਰਦਾਈ ਚੱਲਦੀ ਰਹੀ, ਜੋ ਗੁਰੂ ਘਰ ਲਈ ਕਾਰ ਭੇਟਾਵਾਂ ਲੈ ਕੇ ਆਉਂਦੇ ਰਹੇ। ਹਾਂ ਇਹ ਗੱਲ ਠੀਕ ਹੈ, ਕਈ ਜਿਹੜੇ ਕਮਿਊਨਿਸਟ ਦੇ ਧਾਰਨੀ ਹੋ ਗਏ, ਕਾਮਰੇਡਾਂ ਨੂੰ ਬਸ ਪੂਜੀ ਜਾਂਦੇ ਆ, ਉਹ ਇਸ ਪ੍ਰਕਾਰ ਆਪ ਦੇ ਧਾਰਨੀ ਨਹੀਂ ਹਨ ਧਰਮ ਦੇ। ਪਰ ਪਿੱਛੇ ਜੇ ਘਟਨਾ ਵਾਪਰੀ, ਕੋਈ ਕਾਰ ਸੇਵਾ ਵਾਲੇ ਆਏ ਗੁਰਮੁਖ, ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾ ਕੇ ਕਾਫੀ ਉਹਨਾਂ ਦੀ ਭੰਡਣੀ ਕੀਤੀ ਵੀ ਇਹ ਮੰਗਦੇ ਫਿਰਦੇ ਆ ਘਰ ਘਰ, ਜੇ ਉਹ ਬੜੀ ਉਹਨਾਂ ਦੀ ਡਿਸਰਿਸਪੈਕਟ ਕੀਤੀ, ਜੋ ਬਿਲਕੁਲ ਉਹਦਾ ਬਹੁਤ ਵਿਰੋਧ ਹੋਇਆ ਵੀ ਇਹ ਸਹੀ ਨਹੀਂ ਗੱਲ। ਵੇਖੋ ਗੁਰੂ ਸਾਹਿਬ ਦੇ ਵੇਲੇ ਇਹ ਮਸੰਦ ਪ੍ਰਥਾ ਜਿਹੜੀ ਚਲਾਈ ਸੀ, ਮਹਾਰਾਜ ਨੇ ਬਾਅਦ ਜਾ ਕੇ ਚਲੋ ਉਹ ਭੁੱਲ ਗਏ, ਵਿਗੜ ਗਏ। ਗੁਰੂ 10ਵੇਂ ਪਾਤਸ਼ਾਹ ਫਿਰ ਸੋਧੇ ਵੀ, ਪਰ ਸਤਿਗੁਰਾਂ ਪਹਿਲਾਂ ਆਪ ਚਲਾਈ ਪ੍ਰਣਾਲੀ। ਗੁਰੂ ਘਰੇ ਭੇਟਾਵਾਂ ਕਾਰ ਸੇਵਾਵਾਂ ਆਉਂਦੀਆਂ ਰਹੀਆਂ ਉਦੋਂ ਵੀ,
ਤੇ ਵੇਖੋ ਜਿਵੇਂ ਇੱਕ ਸਾਖੀ ਜੀ ਸੁਣਦੇ ਹੁੰਦੇ ਹੋ ਇਤਿਹਾਸ ਵਿੱਚ ਸ਼ਾਰਟ ਵਿੱਚ ਮੈਂ ਦੱਸ ਦਿਆਂ। ਉਹ ਜਿਵੇਂ ਇੱਕ ਘਰ ਪਰਿਵਾਰ ਸੀ, ਬੜਾ ਗਰੀਬ ਸੀ, ਉਹਨਾਂ ਘਰ ਚਿੜੀ ਦਾ ਆਲਣਾ ਸੀਗਾ। ਤੇ ਜਿਵੇਂ ਇੱਕ ਸਮਝਣ ਲਈ ਕੁਝ ਚੀਜ਼ਾਂ ਪ੍ਰਤੀਕ ਹੁੰਦੀਆਂ, ਕੇਵਲ ਕਈ ਉਹ ਪ੍ਰਤੀਕ ਨਾਲ ਜੁੜ ਕੇ ਕਿੰਤੂ ਪਰੰਤੂ ਕਰਨ ਲੱਗ ਪੈਂਦੇ, ਨਹੀਂ ਆਹ ਕਿੱਦਾਂ ਹੋ ਸਕਦਾ। ਉਹ ਚੀਜ਼ ਪ੍ਰਤੀਕ ਹੁੰਦੀਆਂ, ਕਈ ਚੀਜ਼ਾਂ ਸਮਝਣ ਵਾਸਤੇ ਸਿਆਣੇ ਬੰਦੇ ਗੁਣ ਲੈ ਲੈਂਦੇ ਆ, ਦਰੌਲਾ ਪਾਉਂਦੇ ਜਿਹੜੇ ਉਹਨਾਂ ਲੋਕੀ ਫਿਰ ਮੂਰਖ ਕਹਿੰਦੇ ਹੁੰਦੇ ਆ। ਜਿਵੇਂ ਸਤਿਗੁਰੂ ਜੀ ਗੁਰਬਾਣੀ 'ਚ ਫਰਮਾਉਂਦੇ ਨਾ ਵੀ ਸੰਤੋਹ ਮਾਖਣ ਖਾਇਆ ਛਾਛ ਪੀਐ ਸੰਸਾਰ। ਜਿਹੜੇ ਸੰਤ ਮਹਾਂਪੁਰਖ ਗੁਰਮੁਖ ਹੁੰਦੇ ਉਹ ਦੁੱਧ ਵਿੱਚੋਂ ਮੱਖਣ ਕੱਢ ਕੇ ਖਾ ਲੈਂਦੇ, ਤੇ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ ਰੌਲਾ ਪਾਉਣ ਵਾਲੇ ਹੁੰਦੇ ਆ ਉਹ ਛਿੱਡੀ ਖਾਣ ਵਾਲੇ, ਲੱਸੀ ਪੀਣ ਵਾਲੇ ਰਹਿ ਜਾਂਦੇ ਪਿੱਛੇ। ਇਸ ਕਰਕੇ ਤਤ ਰੂਪ ਨਾਲ ਸਾਂਝ ਕਰਨੀ ਆ, ਇਸ ਕਰਕੇ ਸਾਂਝ ਸਿੱਖਿਆ ਲੈਣੀ ਹੁੰਦੀ ਉਹਦੇ ਵਿੱਚੋਂ। ਉਹ ਜਿਵੇਂ ਕਿ ਚਿੜੀ ਦਾ ਘਰ ਆਲਣਾ ਆ, ਉਹਨਾਂ ਜਿਵੇਂ ਵੇਖਿਆ ਬੜੀ ਗਰੀਬੀ ਆ, ਦਾਣਾ ਚੁੱਕ ਕੇ ਇੱਕ ਰੋਜ਼ ਗੁਰੂ ਘਰ ਸੁੱਟ ਲੈ ਜਾਣਾ, ਉਹਨਾਂ ਰੋਜ਼ ਚੁੱਕ ਕੇ ਚੁੰਝ ਦੇ ਨਾਲ ਗੁਰੂ ਘਰ ਦਸਵੰਧ ਪੈਣਾ ਸ਼ੁਰੂ ਹੋ ਗਿਆ। ਤੇ ਉਹਨਾਂ ਦੇ ਘਰ ਵਿੱਚੋਂ ਗਰੀਬੀ ਚਲੇ ਗਈ, ਕਿਉਂਕਿ ਗੁਰੂ ਘਰ ਦਸਵੰਧ ਜੂ ਜਾਣ ਲੱਗ ਪਿਆ। ਜਿਵੇਂ ਗੁਰੂ ਸਾਹਿਬ ਨੇ ਵਿਸ਼ੇਸ਼ ਕਰਕੇ ਹੁਕਮ ਦਿੱਤਾ ਆ, 10ਵੇਂ ਪਾਤਸ਼ਾਹ ਜੀ ਨੇ ਰਹਿਤਨਾਮਿਆਂ ਵਿੱਚ, ਦਸਵੰਧ ਗੁਰੂ ਨਾ ਦੇਵਈ ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਿਸ ਨਾ ਵਿਸਾਹੇ। ਜਿਹੜਾ ਗੁਰੂ ਘਰ ਦਸਵੰਧ ਨਹੀਂ ਦਿੰਦਾ ਉਹਨੂੰ ਮਾਰੇ ਝੂਠਾ ਆਖਿਆ, ਉਹਦਾ ਇਤਬਾਰ ਨਹੀਂ ਕਰਨਾ। ਦਸਵੰਧ ਦੇਣਾ ਗੁਰੂ ਘਰ ਮਰਿਆਦਾ ਆ। ਦਸਵੰਧ ਦਾ ਮੀਨਿੰਗ ਹੁੰਦਾ 10ਵਾਂ ਹਿੱਸਾ। 9 ਹਿੱਸੇ ਮਾਰੇ ਕਹਿੰਦੇ ਕਮਾਈ ਦੇ ਤੂੰ ਵਰਤ 9, ਇੱਕ ਹਿੱਸਾ ਜਿਹੜਾ ਆ 10ਵਾਂ। ਜੇ 10 ਪਾਉਂਡ ਆ ਤੇ 9 ਵਰਤ ਲਾ, 10 1 ਪਾਉਂਡ ਜਿਹੜਾ 10ਵਾਂ ਗੁਰੂ ਘਰ ਅਰਪਣ ਕਰਨਾ, ਜਾਂ ਲੋੜਵੰਦਾਂ ਲਈ ਅਰਪਣ ਕਰਨਾ, ਗੁਰੂ ਘਰ ਅਰਪਣ ਕਰਨਾ, ਇਹ ਦਸਵੰਧ ਦੀ ਮਰਿਆਦਾ। ਤੇ ਉਹ ਦਸਵੰਧ ਜਦੋਂ ਗੁਰੂ ਘਰ ਪੈਣ ਲੱਗ ਪਿਆ ਤੇ ਉਹਨਾਂ ਦੀ ਗਰੀਬੀ ਦੂਰ ਹੋ ਗਈ, ਕਲੇਸ਼ ਘਰੋਂ ਦੂਰ ਹੋ ਗਿਆ, ਤੇ ਉਹ ਤਗੜੇ ਹੋ ਗਏ। ਉਹਨਾਂ ਨੇ ਉਹ ਘਰ ਘੁਰ ਵਗੈਰਾ ਢਾਹ ਦਿੱਤੇ, ਆਲਣੇ ਵੀ ਢਾਹ ਦਿੱਤੇ ਉਹਨਾਂ ਦੇ। ਤੇ ਉਹ ਇਸ ਪ੍ਰਕਾਰ ਦਸਵੰਧ ਵੀ ਪੈਣੋਂ ਗੁਰੂ ਘਰੋਂ ਹਟ ਗਿਆ। ਫਿਰ ਉਸੇ ਹਾਲਾਤ ਵਿੱਚ ਉਹ ਆ ਗਏ। ਮੇਰੇ ਕਹਿਣ ਤੋਂ ਭਾਵ ਇਹ ਸੀਗਾ, ਜਿਹੜੇ ਕਾਲਸੇ ਵਾਲੇ ਮਹਾਂਪੁਰਖ ਆ ਰਹੇ ਘਰ ਦਸਵੰਧ ਲੈਣ ਲਈ, ਇਹ ਤੁਹਾਡਾ ਅਸੀਂ ਤੇ ਕਈ ਦਸਵੰਧ ਦਿੰਦੇ ਹੀ ਨਹੀਂ, ਪਰ ਉਹ ਆ ਵੇਖੋ ਘਰ ਆ ਕੇ ਭਲਾ ਕਰ ਜਾਂਦੇ ਸਤਿਪੁਰਖ ਮਹਾਂਪੁਰਖ ਗੁਰਮੁਖ ਪਿਆਰੇ ਵੀ ਦਸਵੰਧ ਗੁਰੂ ਘਰ ਦੇਵੋ, ਇਹ ਗੁਰੂ ਦਾ ਹੁਕਮ ਆ, ਇਹਦੇ ਨਾਲ ਬਰਕਤ ਪਏਗੀ ਤੁਹਾਡੀਆਂ ਕਮਾਈਆਂ ਦੇ ਵਿੱਚ। ਹਾਂ ਕੋਈ ਚੀਜ਼ਾਂ ਦਾ ਮਿਸਯੂਜ਼ ਹੁੰਦਾ ਆ, ਕਈ ਥਾਂ ਤੇ ਵਿਖਾਵਾ ਵੀ ਤੇ ਸੱਚ ਆ, ਉੱਥੇ ਝੂਠ ਵੀ ਕਈ ਵਾਰ ਆ ਜਾਂਦਾ, ਪਰ ਇਹ ਨਹੀਂ ਵੀ ਸਾਰਿਆਂ ਨੂੰ ਝੂਠੇ ਹੀ ਕਹੀ ਜਾਣਾ ਤੇ ਸਾਰਿਆਂ ਡਿਸਰਿਸਪੈਕਟ ਹੀ ਕਰੀ ਜਾਣੀ, ਐਸਾ ਨਹੀਂ। ਉਹ ਕਾਰ ਸੇਵਾ ਵਾਲਿਆਂ ਪ੍ਰਤੀ ਐਸਾ ਬਹੁਤ ਕਿੰਤੂ ਪਰੰਤੂ ਕੀਤਾ। ਹਾਂ ਕਈ ਵਿਖਾਵਾ ਕਰਦੇ ਆ, ਉਹਨਾਂ ਦੇ ਸੁਚੇਤ ਰਹੋ, ਪਰ ਇਹ ਨਹੀਂ ਮਤਲਬ ਵੀ ਸੱਚਿਆਂ ਨੂੰ ਵੀ ਭੰਡੀ ਜਾਓ। ਔਰ ਉੱਥੇ ਫਿਰ ਕਾਰ ਸੇਵਾ ਵਾਲੇ ਮਹਾਂਪੁਰਖ ਜਦੋਂ ਉਹ ਫਿਰ ਬ੍ਰਾਹਮਣ ਪੰਡਤ ਨਹੀਂ ਮੰਨਿਆ ਤੇ ਕਸ਼ਾਹੂਕਾਰ ਕੀਰਤਪੁਰ ਸਾਹਿਬ ਦਾ ਮੰਨਿਆ ਨਹੀਂ, ਉਹ ਕਹਿੰਦਾ ਵੀ ਅਸੀਂ ਨਹੀਂ ਆਪਣਾ ਮੰਦਿਰ ਇੱਥੋਂ ਹਟਾ ਸਕਦੇ, ਸਾਰਿਆਂ ਦੀ ਆਸਥਾ ਆ ਸਾਡੀ। ਉਹਦੇ ਫਿਰ ਮਹਾਂਪੁਰਖਾਂ ਨੇ ਕਾਰ ਸੇਵਾ ਵਾਲਿਆਂ ਨੇ ਅਰਦਾਸ ਕੀਤੀ ਮਹਾਰਾਜ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ। ਅਰਦਾਸ ਕੀਤੀ ਜਦੋਂ, ਤੇ ਅਗਲੇ ਕੁਝ ਦਿਨਾਂ ਬਾਅਦ ਉਹ ਆਪ ਹੀ ਆ ਗਏ ਕਹਿਣ ਵਾਸਤੇ ਵੀ ਹਾਂ ਇਹ ਮਹਾਰਾਜ ਦਾ ਪ੍ਰਕਾਸ਼ ਸਥਾਨ ਆ, ਤੁਸੀਂ ਇੱਥੇ ਸਥਾਨ ਬਣਾ ਲਓ। ਫਿਰ ਜੁਗਤੀ ਦੇ ਨਾਲ ਸਾਰੀ ਉਹ ਕਮਿਊਨਿਟੀ ਨੂੰ ਇਕੱਠਿਆਂ ਕਰਕੇ ਹਿੰਦੂ ਧਰਮ ਦੀ ਕੀਰਤਨ ਦੇ ਰੂਪ, ਨਗਰ ਕੀਰਤਨ ਦੇ ਰੂਪ ਸਤਿਕਾਰ ਦੇ ਨਾਲ ਉਹਨਾਂ ਦੀ ਉੱਥੋਂ ਮੂਰਤੀ ਲੈ ਗਏ ਤੇ ਉਹਨਾਂ ਲਈ ਵੱਖਰਾ ਮੰਦਿਰ ਬਣਾ ਕੇ ਦਿੱਤਾ, ਉਹਨਾਂ ਲਈ ਬੜੀ ਸੋਹਣੀ ਮਾਰਕੀਟ ਬਣਾ ਕੇ ਦਿੱਤੀ ਜੁਗਤੀ ਦੇ ਨਾਲ। ਵੇਖੋ ਇਹ ਮਹਾਂਪੁਰਖਾਂ ਦੀ ਕਾਰ ਸੇਵਾ ਦੀ ਕਿੱਡੀ ਵੱਡੀ ਦੇਣ ਹੋਈ। ਉੱਥੇ ਸ਼ੀਸ਼ ਮਹਿਲ ਸਾਹਿਬ ਗੁਰਦੁਆਰਾ ਫਿਰ ਬਣਿਆ। ਜੇ ਨਹੀਂ ਇਹ ਕਰਦੇ ਤੇ ਫਿਰ ਉਹ ਇਤਿਹਾਸ ਸਾਡਾ ਗਵਾਚ ਜਾਣਾ ਸੀ ਨਾ। ਇਸ ਕਰਕੇ ਦੇਣ ਹੈ, ਸਤਿਕਾਰ ਕਰਨਾ ਚਾਹੀਦਾ। ਇਸ ਕਰਕੇ ਕੋਈ ਚੀਜ਼ਾਂ ਜਿਵੇਂ ਕਹਿੰਦੇ ਵਿਰਾਸਤਾਂ ਨੂੰ ਸਾਂਭਣ ਦੀ ਗੱਲ ਕਾਰ ਸੇਵਾ ਦੇ ਵਿੱਚ, ਉੱਥੇ ਆਪਾਂ ਇੱਕ ਚੀਜ਼ ਤੇ ਸਾਰਿਆਂ ਤੇ ਸੁੱਟਦੇ ਨੇ, ਉਹਦੇ ਸਾਡੀਆਂ ਜਥੇਬੰਦੀਆਂ, ਸਾਡਾ ਅਕਾਲ ਤਖਤ ਸਾਹਿਬ, ਸਾਡੀਆਂ ਸੰਪਰਦਾਵਾਂ, ਅਸੀਂ ਆਮ ਸਾਰੇ ਸਿੱਖ, ਅਸੀਂ ਇਸ ਲਈ ਕਿੰਨੇ ਕੁ ਫਿਕਰਮੰਦ ਹਾਂ ਵੀ ਪੁਰਾਤਨ ਅਸੀਂ ਵਿਰਾਸਤਾਂ ਆਪਣੀਆਂ ਸਾਂਭ ਕੇ ਰੱਖੀਏ। ਇੱਕ ਤੇ ਭਾਂਡਾ ਭੰਡ ਦੇਣਾ, ਸੋ ਰਹੋ ਵਿਚਾਰ ਬਹੁਤ ਦੇਣ। ਉਹ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਖਾਂ ਨੇ ਉਹ ਸ਼ੀਸ਼ ਮਹਿਲ ਗੁਰਦੁਆਰਾ ਸਾਹਿਬ ਮਹਾਰਾਜ ਦੀ ਯਾਦਗਾਰ ਪ੍ਰਕਾਸ਼ ਸਥਾਨ ਤੇ ਬਣਵਾਈ। ਉੱਥੇ ਫਿਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਆ। ਫਿਰ ਜਿਵੇਂ ਅੱਗੇ ਬੇਨਤੀ ਆਪ ਜੀ ਨੂੰ ਕਰ ਰਿਹਾ ਸੀਗਾ ਹੀ, ਮਹਾਰਾਜ ਜੀ ਦੀ ਛੋਟੀ ਆਯੂ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਸੱਚਖੰਡ ਚਲੇ ਜਾਂਦੇ ਆ, ਤੇ 6ਵੇਂ ਪਾਤਸ਼ਾਹ ਜੀ ਆਪਣੀ ਨਿਗਰਾਨੀ ਵਿੱਚ ਮਹਾਰਾਜ ਸਾਹਿਬ ਜੀ ਨੂੰ ਵਿਦਿਆ ਪੜ੍ਹਾਉਂਦੇ, ਸ਼ਾਸਤਰ ਵਿਦਿਆ ਸਿਖਾਉਂਦੇ। ਫਿਰ ਬੜਾ ਪ੍ਰੇਮ ਹੈ ਦਾਦਾ ਜੀ ਦੇ ਨਾਲ ਪੋਤੇ ਦਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਆਪਸ ਵਿੱਚ ਬੜਾ ਪ੍ਰੇਮ ਆ। ਹੁਣ ਉਹਨਾਂ ਦੇ ਜੀਵਨ ਵਿੱਚ ਇਤਿਹਾਸ ਵਿੱਚ ਹੁਣ ਕੁਝ ਆਪਾਂ ਚੀਜ਼ਾਂ ਸਾਂਝੀਆਂ ਕਰੀਏ।
महाराज जी इतिहास जिवें पहलां बेनती कीती सी, इतिहास साझा करना, गुरु की सिफत गाउणी, गुरु ਲਈ एक प्रेम पैदा करना। और एक मीनिंग है इतिहास नूं साझे करन दा भी गुरु ने जो साडे लई पूरने पाए, सिੱਖਿਆ ਦਿੱਤੀ, ਉਹਨੂੰ ਆਪਣੇ ਜੀਵਨ ਵਿੱਚ ਲਿਆਉਣਾ, कोशिश करनी लियाउण दी, एक ये मीनिंग। सो इस प्रकार महाराज सतगुरु सच्चे पातशाह का वो इतिहास जिवें इस प्रकार भाई जसवंत सिंह जी थोड़ा टूक मात्र जिक्र करके गए सीगे कि सतगुरु सच्चे पातशाह महाराज साहब जी जदों इस प्रकार बाग दे विचों लंघदे जा रहे सन ना, बाल उम्र विच श्री गुरु हरराए साहब जी, पहला श्री गुरु हरगोबिंद साहब जी महाराज जी वो फुੱਲ ਨੂੰ ਵੇਖ के गए, बड़ा सोहना खिड़िया होया सी, बड़ा सुंदर लग रहा सी। ते जदों महाराज साहब जी का प्रेम बड़ा सी, छेवें पातशाह जी दे नाल नੱਠੇ जा रहे, दौड़े जा रहे, तो जिहड़ा चोला सी ना फुੱਲ दे नाल खह गया ते फुੱਲ टुट के डिग पिया थल्ले। हिरदे विच इस गल दा बड़ा महाराज जी दे बैराग आया। महाराज साहब जी बड़े दयावान हिरदे वाले, बड़े प्रेमी हिरदे वाले सन, और दया बड़ी सी महाराज साहब जी विच। सतगुरु सच्चे पातशाह जी इस तरह सिख नूं भी दया धारण करन दी सिੱਖਿਆ दिंदे आ। सिख दा हिरदा भी निर्दयी ना होवे, दयावान होवे, खिमा करन वाला होवे। जिवें सतगुरु जी गुरबाणी च फरमाउंदे ना, दया कपा संतोख सूर जत गंढी सत वाट, एहो जनेऊ जीय का हई तां पांडे घत। इउं महाराज जपजी साहिब विच सतगुरु साहिब जी फरमाउंदे ना भी धौल धर्म दया का पूत, धौल धर्म दया का पूत। जिहड़ा धर्म आ दया का पुत्र आ, दया मां आ, जे मां आ ते पुत जन्म लवेगा ना, मां तो बिना पुत किवें जन्म लै लेगा। इस करके पहला दया ते फिर धर्म। दसवें पातशाह जी ने भी पंजां प्यारिਆਂ की मर्यादा विच ही नुकता रखिया। पहले प्यारे भाई दया सिंह जी, फिर प्यारे भाई धर्म सिंह जी, फिर प्यारे भाई हिम्मत सिंह जी, प्यारे भाई मोहकम सिंह जी ते प्यारे भाई साहिब सिंह जी। पहला दया आई, फिर उत्थे धर्म आउंदा, जिथे दया आ जाए हिरदे विच। फिर जदों धर्म आ जांदा, फिर धर्मी हिरदा ही हिम्मतवान हुंदा, उत्थे हिम्मत हुंदी आ। और इस प्रकार जिथे फिर हिम्मत आ जाए, फिर वो मोह दीआं जंजीरां तोड़ सुट्टदा। डरबोक बंदे ने कित्थों, जिहदे बंदे च बहादरी नहीं आ, दलेरी नहीं आ, ਉਹਦੇ 'ਚ हिम्मत भी नहीं हुंदी, वो डरपोक हुंदा। जदों हिरदे विच मारे कहंदे हिम्मत आ जाए, बहादरी आ जाए, फिर वो बाहर रूपी जिहड़े दुश्मन आ कौम दे, उन्हां दीआं जंजीरां नूं तोड़न दे समर्थ होऊगा, ते अंदर दीआं मोह रूपी वकारां रूपी जिहड़ियां जंजीरां उन्हां नूं तोड़न दे समर्थ होऊगा बहादुर हिम्मती। ते जे बहादुर दी अंदर बहादरी नहीं आ, आत्मा बलवान नहीं होई, बहादुर नहीं बनी, ते मोह दीआं जंजीरां विच असीं जकड़े पए आ। टब्बर पाल तक ही सीमित रह गए आ, कौम वाले पासिओं मुख मोड़ी बैठे आ, हालात सारिਆਂ ਦੇ ਸਾਡੇ ਸਾਹਮਣੇ ही आ। इस करके जिथे फिर हिम्मत आ गई, उत्थे फिर मोह दीआं जंजीरां नहीं रहिंदियां। जिथे ये सारे चौरे गुण आ जांदे, उत्थे फिर साहिब दा आप स्वरूप हो जाईदा। फिर इस करके मारे कहंदे पहला दया, फिर सतगुरां कहा जिथे निर्दयी हिरदा आ ना, उत्थे परमेश्वर दे नाम दी जोत नहीं कदी प्रगट हुंदी। हजूर फरमाउंदे आ, निर्दया नहीं जोत उजाला, निर्दयी हिरदे विच परमेश्वर दे नाम दी जोत नहीं कदी प्रगट हुंदी है। सतगुरु सच्चे पातशाह महाराज जी कहते जह खिमा तह आप है, जिथे खिमा है हिरदे विच निर्माणता है, उथे परमेश्वर आप है। छेवें पातशाह महाराज जी ने पुछया ना सिखां नूं भी इत्थे बड़ा सोहना फुੱਲ खिड़िया होया सी, टुट गया किवें? ते इस प्रकार सिखां ने दस्सिया भी बालक हरराए साहब सतगुरु साहब जी लंघ रहे सन, उहदा चोला नाल लगा तो टुट के डिग पिया। महाराज साहब जी ने कवि भाई संतोख सिंह जी, डॉक्टर भाई वीर सिंह होना जिक्र किया। छेवें पातशाह महाराज सतगुरु साहब जी ने आख्या श्री गुरु हरराए साहब जी महाराज जी नूं भी जदों इस प्रकार लंघी है ना कोमल चीज़ां दे लागों, ते बड़े ध्यान दे नाल लंघीदा। ते एक महाराज जी कहंदे जे चोला वड्डा पाया होवे ना, ते वो फिर संभाल के चलीदा। कहते बाज जिंदगी सतगुरु हरराए साहब सच्चे पातशाह महाराज जी अपना चोला जिहड़ा सी ऐ फड़ के तुरदे रहे। वो सतगुरु सच्चे पातशाह महाराज साहब जी सिੱਖਿਆ नूं अंत समय तक मारे सचखंड समय जाण तक कमाया। सतगुरां ने वो सिੱਖਿਆ ये दित्ती सी, कोमल चीज़ां लगो जदों लंघो तो बड़े ध्यान दे नाल लंघीदा आ। और इस प्रकार कहण तो भाव सी भी कोमल हिरदे तुहाडा जिहड़ा व्यवहार आचार आ ना, दूजिਆਂ प्रति डिसरिस्पैक्ट वाला नहीं होना चाहिए, दूजिਆਂ ਲਈ कदरवान होना चाहिए आ, हैल्पफुल होना चाहिए आ, मददगार होना चाहिए, हिरदे तोड़न वाला नहीं, दिल दिखाउण वाला नहीं होना चाहिए।
ਤੁਹਾਡਾ ਜਿਹੜਾ ਵਿਵਹਾਰ ਆ ਦੂਜਿਆਂ ਪ੍ਰਤੀ ਕੌੜਾ ਨਹੀਂ, ਕਸੈੜਾ ਨਹੀਂ, ਵੈਰ ਵਿਰੋਧ ਵਾਲਾ ਨਹੀਂ ਹੋਣਾ ਚਾਹੀਦਾ, ਪ੍ਰੇਮ ਵਾਲਾ ਹੋਣਾ ਚਾਹੀਦਾ। ਤੁਹਾਡੇ ਵਿਵਹਾਰ ਤੋਂ ਦੂਜਿਆਂ ਦਾ ਦਿਲ ਨਾ ਦੁਖੀ ਹੋਵੇ। ਇਹ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖਿਆ ਦਿੱਤੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਵੀ ਇਸ ਪ੍ਰਥਾਏ ਸਾਨੂੰ ਫਿਰ ਸਿੱਖਿਆ ਦਿੰਦੇ ਆ ਨਾ। ਮਹਾਰਾਜ ਕਹਿੰਦੇ ਵੇਖ ਸਿੱਖਾ, ਜੇ ਤੇਰੇ ਮਨ ਵਿੱਚ ਚਾਹ ਆ ਨਾ ਪਰਮੇਸ਼ਰ ਵਾਹਿਗੁਰੂ ਨੂੰ ਮਿਲਣ ਦੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ, ਜੇ ਤੇਰੇ ਮਨ ਵਿੱਚ ਸੱਚੀ ਮੁੱਚੀ ਸ਼ਰਧਾ ਹੈ, ਕਿਉਂਕਿ ਸੱਚੀ ਮੁੱਚੀ ਨਾ ਕਈ ਵਾਰਾਂ ਹੁੰਦੀ, ਥੋੜੇ ਸਮੇਂ ਵਾਸਤੇ ਸੀ ਹੁੰਦੀ ਆ, ਫਿਰ ਗੁਰੂ ਘਰ ਬੈਠਿਆਂ ਪ੍ਰੇਮ ਆਇਆ, ਜਦੋਂ ਬਾਹਰ ਚਲੇ ਗਏ ਸਭ ਕੁਝ ਹੀ ਭੁੱਲ ਗਏ। ਜਿਹੜੀ ਚੁੰਨੀ ਸਿਰ 'ਤੇ ਲੈਣ ਦੀ ਤੇ ਸਿਰ 'ਤੇ ਰੁਮਾਲ ਬੰਨ੍ਹਣ ਦੀ ਥੋੜ੍ਹੀ ਜਿਹੀ ਸ਼ਰਧਾ ਆਈ ਸੀ ਨਾ, ਗੁਰਦੁਆਰਿਓਂ ਬਾਹਰ ਹੁੰਦਿਆਂ ਸਾਰੀ ਚੁੰਨੀ ਵੀ ਸਿਰ 'ਤੇ ਨਹੀਂ ਰਹੀ ਤੇ ਨਾ ਰੁਮਾਲ ਹੀ ਸਿਰ 'ਤੇ ਰਿਹਾ। ਉਹ ਸ਼ਰਧਾ ਉੱਥੇ ਗੁਰਦੁਆਰਿਓਂ ਬਾਹਰ ਨਿਕਲਦਿਆਂ ਖਤਮ ਹੋ ਗਈ। ਪਰ ਮਹਾਰਾਜ ਜੀ ਕਹਿੰਦੇ ਗੁਰੂ ਦੀ ਸਿੱਖਿਆ, ਗੁਰੂ ਲਈ ਸ਼ਰਧਾ ਪ੍ਰੇਮ ਦਿਨ ਰਾਤ ਤੇਰੇ ਹਿਰਦੇ ਵਿੱਚ ਰਹਿਣਾ ਚਾਹੀਦਾ। ਗੁਰੂ ਕੀ ਮਰਿਆਦਾ ਕੇਵਲ ਗੁਰਦੁਆਰੇ ਆਉਣ ਤੱਕ ਨਹੀਂ ਆ, ਜਿੱਥੇ ਵੀ ਤੂੰ ਰਹਿਣਾ, ਜਿੱਥੇ ਵੀ ਵਿਚਰਦਾ, ਹਮੇਸ਼ਾ ਗੁਰੂ ਕੀ ਮਰਿਆਦਾ ਵਿੱਚ, ਗੁਰੂ ਦੇ ਪ੍ਰੇਮ ਵਿੱਚ, ਭਾਵਨੀ ਵਿੱਚ ਚੱਲਣਾ ਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੇ ਸੱਚਮੁੱਚ ਹੀ ਹੈ ਨਾ ਪ੍ਰੇਮ ਗੁਰੂ ਨੂੰ ਮਿਲਣ ਲਈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਸੇ ਦਾ ਦਿਲ ਨਾ ਐਵੇਂ ਢਾਈ ਕੌੜਾ ਬੋਲ ਬੋਲ ਕੇ। ਉੱਥੇ ਹਜ਼ੂਰ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਆ, ਜੇ ਤੋ ਪਿਰੀਆਂ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ, ਜੇ ਰੱਬ ਨੂੰ ਮਿਲਣ ਦੀ ਹਿਰਦੇ ਵਿੱਚ ਇੱਛਾ ਹੈ ਤੈਨੂੰ, ਫਿਰ ਕਿਸੇ ਦਾ ਦਿਲ ਨਾ ਢਾਵੀਂ ਕੌੜਾ ਬੋਲ ਬੋਲ ਕੇ। ਮਹਾਰਾਜ ਜੀ ਨੇ ਮਿੱਠਾ ਬੋਲਣਾ ਸਿਖਾਇਆ। ਹਜ਼ੂਰ ਜਿਵੇਂ ਗੁਰਬਾਣੀ 'ਚ ਅਕਾਲ ਪੁਰਖ ਦਾ ਗੁਣ ਵੀ ਦੱਸਦੇ ਆ ਨਾ, ਵੀ ਉਹ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ, ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਤੇ ਮਹਾਰਾਜ ਜੀ ਨੇ ਸਾਨੂੰ ਵੀ ਮਿੱਠ ਬੋਲੜੇ ਬਣਨ ਵਾਸਤੇ ਸਿੱਖਿਆ ਦਿੱਤੀ ਆ। ਤੇ ਕਹਿਆ ਗੁਰਬਾਣੀ ਵਿੱਚ ਸਤਿਗੁਰਾਂ ਕਿ ਕੋਮਲ ਬਾਣੀ ਸਭ ਕੋ ਸੰਤੋਖ ਹੈ। ਜਿਹੜੀ ਮਿੱਠੀ ਬਾਣੀ ਆ, ਕੋਮਲ ਬਾਣੀ ਆ, ਸਾਰੇ ਦੇ ਹਿਰਦਿਆਂ ਨੂੰ ਠਾਰਦੀ ਆ, ਸੰਤੋਖ ਦਿੰਦੀ ਆ। ਤੇ ਕੌੜੇ ਜਿਹੜੇ ਬੋਲ ਹੁੰਦੇ ਆ, ਇਨਸਾਨ ਬੋਲ ਕੇ ਦੂਜੇ ਦਾ ਦਿਲ ਵੀ ਦਿਖਾਉਂਦਾ ਤੇ ਆਪਣਾ ਵੀ ਉਹਦਾ ਮਨ ਜਿਹੜਾ ਨਾ ਉਹ ਅਪਸੈਟ ਹੋ ਜਾਂਦਾ, ਆਪ ਵੀ ਦੁਖੀ ਹੁੰਦਾ ਤੇ ਦੂਜਿਆਂ ਨੂੰ ਵੀ ਦੁਖੀ ਕਰਦਾ। ਜਿਵੇਂ ਸਤਿਗੁਰਾਂ ਗੁਰਬਾਣੀ 'ਚ ਬਚਨ ਕਹੇ ਨਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਦੇ ਨਾਲ, ਕ੍ਰੋਧ ਵਿੱਚ ਬੋਲਣ ਨਾਲ, ਕੌੜਾ ਬੋਲਣ ਦੇ ਨਾਲ ਆਪਣਾ ਤਨ ਮਨ ਵੀ ਫਿੱਕਾ ਹੋ ਜਾਂਦਾ ਤੇ ਦੂਜਿਆਂ ਦਾ ਵੀ ਕਰ ਦਿੰਦਾ ਬੇਰਸਾ ਹੋ ਜਾਂਦਾ ਮਨ। ਵੇਖੇ ਤਾਂ ਕ੍ਰੋਧ ਵਿੱਚ ਆਈਏ, ਬੜੇ ਕੌੜੇ ਬੋਲੀਏ ਤੇ ਮਨ ਅਪਸੈਟ ਹੋ ਜਾਂਦਾ, ਉਹ ਰਸ ਨਹੀਂ ਰਹਿੰਦਾ, ਆਪ ਫਿਰ ਝੂਰਨ ਲੱਗ ਪੈਂਦਾ ਤੇ ਦੂਜੇ ਦਾ ਵੀ ਜਿਹੜਾ ਸਾਰਾ ਰਸ ਗਵਾ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਮਿੱਠ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਫਿਰ ਕੋਮਲ ਬਾਣੀ ਸਭ ਕੋ ਸੰਤੋਖ ਹੈ। ਕਿਉਂਕਿ ਮਹਾਰਾਜ ਜੀ ਕਹਿੰਦੇ ਆ ਜਿਹੜੀ ਪ੍ਰੀਤ ਆ ਨਾ ਬੁਰਾ ਬੋਲਣ ਦੇ ਨਾਲ ਉਹ ਟੁੱਟ ਜਾਂਦੀ ਆ। ਜੇ ਦੋਵੇਂ ਜੀ ਇੱਕ ਦੂਜੇ ਨੂੰ ਘਰ ਵਾਲਾ ਚੰਗੀ ਤਰ੍ਹਾਂ ਨਾ ਬੋਲਣ ਤੇ ਉਹਨਾਂ ਵਿੱਚ ਉਹ ਪ੍ਰੀਤ ਨਹੀਂ ਰਹਿੰਦੀ। ਦੋ ਭਰਾ ਆਪਸ ਵਿੱਚ ਲੜ ਪੈਣ ਤੇ ਉਹ ਪ੍ਰੀਤ ਟੁੱਟ ਜਾਂਦੀ, ਬੁਰਾ ਬੋਲਦੀ ਏ। ਮਿੱਤਰ ਦੇ ਨਾਲ ਬੁਰਾ ਬੋਲਦੀ, ਮਿੱਤਰਤਾ ਨਹੀਂ ਕਾਇਮ ਰਹਿੰਦੀ। ਜੇ ਬੁਰਾ ਬੋਲਣ ਦੇ ਨਾਲ ਸੰਸਾਰੀ ਰਿਸ਼ਤੇ ਟੁੱਟ ਜਾਂਦੇ ਆ, ਸੰਸਾਰ ਦੇ ਨਾਲ, ਪਰਿਵਾਰ ਨਾਲ ਨਹੀਂ ਬਣ ਆਉਂਦੀ, ਤੇ ਫਿਰ ਬੁਰਾ ਬੋਲਣ ਦੇ ਨਾਲ ਪਰਮੇਸ਼ਰ ਦੇ ਨਾਲ ਕਿੱਦਾਂ ਬਣ ਆ ਸਕਦੀ ਆ ਭਲਾ। ਜਿਵੇਂ ਮਹਾਰਾਜ ਜੀ ਗੁਰਬਾਣੀ ਵਿੱਚ ਬਚਨ ਕਹੇ ਆ, ਸਤਿਗੁਰੂ ਜੀ ਉੱਥੇ ਫਰਮਾਉਂਦੇ ਆ, ਟੂਟ ਪ੍ਰੀਤ ਗਈ ਬੁਰ ਬੋਲ। ਪ੍ਰੀਤ ਜਿਹੜੀ ਆ ਬੁਰੇ ਬੋਲਣ ਦੇ ਨਾਲ, ਭੈੜਾ ਬੋਲਣ ਨਾਲ, ਕਸੈਲਾ ਬੋਲਣ ਦੇ ਨਾਲ ਉਹ ਪ੍ਰੀਤ ਟੁੱਟ ਜਾਂਦੀ ਆ। ਪਰਿਵਾਰ ਵਿੱਚੋਂ ਟੁੱਟ ਜਾਂਦੀ, ਰਿਸ਼ਤੇਦਾਰੀ ਵਿੱਚੋਂ, ਮਿੱਤਰਤਾਈ ਵਿੱਚੋਂ, ਵੇਖ ਦੋਹਾਂ ਜੀਆਂ ਵਿੱਚੋਂ ਟੁੱਟ ਜਾਂਦੀ ਕਈ ਵਾਰ ਬੁਰਾ ਬੋਲਿਆ। ਇਸ ਕਰਕੇ ਫਿਰ ਰੱਬ ਦੇ ਘਰ ਕਿੱਥੇ ਬਣ ਆਵੇਗੀ ਕੌੜਾ ਬੋਲ ਕੇ, ਫਿੱਕਾ ਬੋਲ ਕੇ। ਸੋ ਮਹਾਰਾਜ ਜੀ ਕਹਿੰਦੇ ਕੋਮਲ ਬਾਣੀ ਸਭ ਕੋ ਸੰਤੋਖ ਹੈ। ਕੋਸ਼ਿਸ਼ ਕਰਿਆ ਕਰ ਮਿੱਠਾ ਬੋਲਣ ਦਾ, ਸਹਿਨਸ਼ੀਲਤਾ ਨੂੰ ਧਾਰਨ ਕਰ, ਨਿਮਰਤਾ ਨੂੰ ਧਾਰਨ ਕਰ। ਹੋਏ ਨਿਮਾਨਾ ਜਗ ਰਹੋ ਨਾਨਕ ਨਦਰੀ ਪਾਰ। ਹਾਂ, ਵੀਰ ਰਸ ਉੱਥੇ ਵਰਤਣਾ ਜਿੱਥੇ ਕੌਮ ਤੇ ਭੀੜ ਆ, ਜਿੱਥੇ ਕੌਮ ਤੇ ਭੀੜ ਆ, ਪੰਥ ਦੇ ਦੁਸ਼ਮਣਾਂ ਵਾਸਤੇ। ਇਹ ਨਹੀਂ ਵੀ ਆਪਸ ਵਿੱਚ ਈਰਖਾ ਕਰਕੇ ਲੜੀ ਜਾਓ, ਉਹਨੂੰ ਨਹੀਂ ਵੀਰ ਰਸ ਦਾ ਨਾਂ ਦੇ ਸਕਦੇ, ਤੇਰੀ ਜਹਿਲ ਸਿਆਹੀ ਈਰਖਾ ਆ ਤੇਰੀ। ਇਸ ਕਰਕੇ ਮਹਾਰਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਿਆ ਦਿੱਤੀ ਸੀ ਉੱਥੋਂ ਸਾਨੂੰ, ਜਿਵੇਂ ਇਤਿਹਾਸ ਸਾਨੂੰ ਸਿੱਖਿਆ ਦਿੰਦਾ ਆ। ਜਿਵੇਂ ਮਹਾਰਾਜ ਸਤਿਗੁਰਾਂ ਦੇ ਅਸੀਂ ਕਈ ਗੁਰਪੁਰਬ ਮਨਾਉਂਦੇ ਆ ਰਹੇ ਆ, ਮਨਾਉਣੇ ਚਾਹੀਦੇ ਆ, ਪਰ ਸਤਿਗੁਰਾਂ ਦੇ ਗੁਰਪੁਰਬ ਮਨਾਉਂਦੇ ਆ, ਉੱਥੇ ਗੁਰੂ ਨੂੰ ਵੀ ਮਨਾਉਣਾ। ਇਹ ਨਹੀਂ ਵੀ ਗੁਰਪੁਰਬ ਵੀ ਮਨਾਉਂਦੇ ਰਹਿ ਗਏ, ਗੁਰੂ ਨੂੰ ਨਹੀਂ ਮਨਾਇਆ, ਗੁਰੂ ਨੂੰ ਵੀ ਮਨਾਉਣਾ ਆ। ਗੁਰੂ ਫਿਰ ਤਾਂ ਹੀ ਮੰਨੇਗਾ ਜੇ ਗੁਰੂ ਦੀ ਸਿੱਖਿਆ ਵਿੱਚ ਵੀ ਚੱਲਾਂਗੇ।
ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਵੀ ਫੁੱਲ ਟੁੱਟ ਕੇ ਜਿਹੜਾ ਡਿੱਗਾ ਸੀ ਨਾ, ਸਿੱਖਿਆ ਦਿੱਤੀ ਸੀ ਤੁਹਾਡੇ ਵਿਵਹਾਰ ਤੋਂ ਕਿਸੇ ਦਾ ਦਿਲ ਨਾ ਟੁੱਟੇ, ਜੇ ਤੋਂ ਪ੍ਰਿਆਂ ਦੀ ਸਿੱਖ ਹਿਆਉ ਨਾ ਠਾਹੇ, ਕਹੀ ਦਾ ਦਿਲ ਨਾ ਕਿਸੇ ਦਾ ਢਾਈ, ਐਵੇਂ ਜੇ ਰੱਬ ਨੂੰ ਮਿਲਣਾ ਚਾਹੁੰਨਾ। ਤੇ ਕਿਹਾ ਸੀ ਜਿੰਨਾ ਵੱਡਾ ਚੋਲਾ ਹੋਵੇ ਨਾ ਓਨਾ ਹੀ ਫਿਰ ਸੰਭਲ ਕੇ ਚੱਲੀਦਾ, ਉਹਨੀ ਜ਼ਿੰਮੇਵਾਰੀ ਫਿਰ ਵੱਧ ਜਾਂਦੀ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਇਸ ਇਤਿਹਾਸ ਸਾਖੀ ਤੋਂ ਇਹ ਸਿੱਖਿਆ ਮਿਲਦੀ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਨਾ ਇੱਕ ਵਾਰ ਸਿੱਖ ਆਏ ਆ, ਤੇ ਸਿੱਖਾਂ ਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਅਸੀਂ ਗੁਰਬਾਣੀ ਦਾ ਰੋਜ਼ ਪਾਠ ਕਰਦੇ ਹਾਂ, ਪਰ ਸਾਨੂੰ ਅਰਥਾਂ ਦੀ ਸਮਝ ਨਹੀਂ ਪੈਂਦੀ। ਤੇ ਕਈ ਜਾਣੇ ਫਿਰ ਸਾਨੂੰ ਆਖਦੇ ਆ ਵੀ ਜੇ ਤੁਹਾਨੂੰ ਅਰਥ ਨਹੀਂ ਸਮਝ ਲੱਗਦੀ ਤੇ ਤੁਹਾਡਾ ਕੋਈ ਫਾਇਦਾ ਨਹੀਂ ਬਾਣੀ ਪੜ੍ਹਨ ਦਾ, ਐਵੇਂ ਤੁਸੀਂ ਬਾਣੀ ਪੜ੍ਹੀ ਜਾਂਦੇ ਆ। ਇਹ ਗੱਲ ਅੱਜ ਵੀ ਇਹ ਗੱਲ ਕਹੀ ਜਾਂਦੀ, ਪ੍ਰਚਾਰੀ ਜਾਂਦੀ, ਉਚਾਰੀ ਜਾਂਦੀ ਆ ਵੀ ਐਵੇਂ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ, ਕੋਈ ਲਾਭ ਨਹੀਂ ਹੁੰਦਾ, ਅਰਥ ਕੇਵਲ ਪੜ੍ਹਨੇ ਚਾਹੀਦੇ ਆ। ਉੱਥੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਪਾਠ ਕਰਹਿ ਹਮ ਨਿਤ ਗੁਰਬਾਣੀ, ਔਰ ਅਰਥ ਪਰਮਾਰਥ ਰੀਤ ਨਾ ਜਾਣੀ। ਮਹਾਰਾਜ ਪਾਠ ਸੀ ਨਿਤ ਗੁਰਬਾਣੀ ਦਾ ਕਰਦੇ ਆ, ਪਰ ਮਹਾਰਾਜ ਜੀ ਕਹਿੰਦੇ ਅਰਥਾਂ ਦੀ ਸਾਨੂੰ ਸਮਝ ਨਹੀਂ ਹੈਗੀ। ਜਿੱਦਾਂ ਗੁਰਬਾਣੀ ਕਹਿ ਰਹੀ ਉੱਦਾਂ ਸਾਡੇ ਕੁਝ ਕਮਾਇਆ ਨਹੀਂ ਜਾ ਰਿਹਾ, ਤੇ ਫਿਰ ਕੀ ਮਹਾਰਾਜ ਸਾਨੂੰ ਗੁਰਬਾਣੀ ਪੜ੍ਹਨ ਦਾ ਕੋਈ ਲਾਭ ਹੋਵੇਗਾ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉੱਥੇ ਫਿਰ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਔਰ ਸਤਿਗੁਰੂ ਸਾਹਿਬ ਜੀ ਸਵੇਰੇ ਸੈਰ ਕਰਨ ਵਾਸਤੇ ਗਏ ਨਾ, ਤੇ ਜਿਨ੍ਹਾਂ ਸਵਾਲ ਕੀਤਾ ਸੀ ਉਹ ਸਿੱਖ ਵੀ ਨਾਲ ਸਨ। ਤੇ ਮਹਾਰਾਜ ਸਤਿਗੁਰੂ ਸਾਹਿਬ ਜੀ ਜਦੋਂ ਜਾ ਰਹੇ ਸਨ ਤੇ ਮੀਂਹ ਪੈ ਕੇ ਹਟਿਆ ਸੀ, ਤੇ ਦੂਰ ਇੱਕ ਜ਼ਮੀਨ ਵਿੱਚ ਠੀਕਰੀ ਪਈ ਹੋਈ ਸੀ, ਕੁੱਜੇ ਦੀ ਘੜੇ ਦੀ ਟੁੱਟੀ ਹੋਈ, ਉਹ ਬੜੀਆਂ ਲਿਸ਼ਕਾਂ ਮਾਰ ਰਹੀ ਸੀ। ਤੇ ਮਹਾਰਾਜ ਜੀ ਨੇ ਆਖਿਆ ਸਿੱਖਾਂ ਨੂੰ ਕੀ ਲਿਸ਼ਕ ਰਿਹਾ? ਤੇ ਸਿੱਖ ਜਦੋਂ ਲੈ ਕੇ ਆਏ ਨਾ, ਆਖਿਆ ਮਹਾਰਾਜ ਇਹ ਕੁੱਜੇ ਦੀ ਘੜੇ ਦੀ ਠੀਕਰੀ ਟੁੱਟੀ ਹੋਈ ਲਿਸ਼ਕ ਰਹੀ ਆ। ਤੇ ਮਹਾਰਾਜ ਜੀ ਨੇ ਆਪਣੇ ਹੱਥ ਤੇ ਧਰ ਕੇ ਪੁੱਛਿਆ ਵੀ ਇਹ ਕਿਉਂ ਲਿਸ਼ਕ ਰਹੀ ਆ? ਸਿੱਖ ਆਖਣ ਲੱਗੇ ਮਹਾਰਾਜ ਇਹਦੇ ਵਿੱਚ ਬਹੁਤ ਸਮਾਂ ਨਾ ਦੇ ਵਿੱਚ ਘਿਓ ਮੱਖਣ ਕਿਤੇ ਪੈਂਦਾ ਰਿਹਾ, ਕਈ ਸਮਾਂ ਦੇ ਵਿੱਚ, ਤੇ ਉਹ ਘਿਓ ਮੱਖਣ ਪੈਣ ਕਰਕੇ ਨਾ ਜਦੋਂ ਇਹ ਟੁੱਟ ਗਈ ਆ ਉਦੋਂ ਵੀ ਇਹਦੇ ਵਿੱਚ ਮਹਾਰਾਜ ਸਿੰਘ ਕਹਿੰਦੇ ਤਾਂ ਵੀ ਕਈ ਸਮਾਂ ਹੋ ਗਿਆ ਇਹਨੂੰ ਟੁੱਟੀ ਨੂੰ, ਇੱਥੇ ਮੀਂਹ ਪੈਂਦੀ ਨੂੰ। ਤੇ ਉਹ ਘਿਓ ਦੀ ਲਿਸ਼ਕ ਜਦੋਂ ਸੂਰਜ ਦੀਆਂ ਕਿਰਨਾਂ ਉੱਤੇ ਪੈਂਦੀਆਂ ਤੇ ਉਹ ਘਿਓ ਦੀ ਥੰਧਿਆਈ ਜਿਹੜੀ ਨਾ ਉਹਦੇ ਕਰਕੇ ਲਿਸ਼ਕਾਂ ਮਾਰ ਰਹੀ ਹੈ ਠੀਕਰੀ। ਤੇ ਮਹਾਰਾਜ ਜੀ ਆਖਣ ਲੱਗੇ ਸਿੱਖੋ ਇਹੀ ਤੁਹਾਡੇ ਪ੍ਰਸ਼ਨ ਦਾ, ਤੁਹਾਡੇ ਕੁਐਸਚਨ ਦਾ ਆਨਸਰ ਆ, ਤੁਹਾਡੇ ਪ੍ਰਸ਼ਨ ਦਾ ਇਹੀ ਉੱਤਰ ਆ। ਵੇਖੋ ਇਸ ਘੜੇ ਨੂੰ, ਇਸ ਕੁੱਜੇ ਨੂੰ ਕੀ ਪਤਾ ਕਿ ਮੇਰੇ ਵਿੱਚ ਘਿਓ ਪਿਆ ਸੀ, ਕਈ ਸਮਾਂ ਬਤੀਤ ਹੋ ਗਿਆ, ਕਿੰਨਾ ਸਮਾਂ ਲੰਘ ਗਿਆ। ਫਿਰ ਵੀ ਮਹਾਰਾਜ ਜੀ ਆਖਣ ਲੱਗੇ ਵੀ ਵੇਖੋ ਇਹ ਵਿੱਚੋਂ ਉਹ ਚਿਕਨਾਈ ਦੀਆਂ ਥੰਧਿਆਈ ਦੀਆਂ ਲਿਸ਼ਕਾਂ ਅਜੇ ਵੀ ਪੈ ਰਹੀਆਂ। ਇਵੇਂ ਮਹਾਰਾਜ ਜੀ ਆਖਿਆ ਵੀ ਇਹ ਸਰੀਰ ਰੂਪੀ ਇਹ ਵੀ ਕੁੱਜਾ ਹੀ ਆ, ਇਹਦੇ ਵਿੱਚ ਵੀ ਜੇ ਗੁਰਬਾਣੀ ਪਾਵਾਂਗੇ ਨਾ ਤੇ ਮਹਾਰਾਜ ਜੀ ਕਹਿੰਦੇ ਉਹ ਥੰਧਿਆਈ ਗੁਰਬਾਣੀ ਫਿਰ ਛੱਡ ਜਾਵੇਗੀ, ਆਪਣੀ ਧੁਰੋਂ ਆਈ ਆ ਤੇ ਤੁਹਾਨੂੰ ਵੀ ਧੁਰ ਲੈ ਜਾਵੇਗੀ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਇਹਦਾ ਇਹ ਭਾਵ ਨਹੀਂ ਕੱਢ ਲੈਣਾ ਵੀ ਅਸੀਂ ਅਰਥ ਨਹੀਂ ਗੁਰਬਾਣੀ ਦੇ ਵਿਚਾਰਨੇ, ਅਰਥ ਵੀ ਵਿਚਾਰਨੇ ਗੁਰਬਾਣੀ ਦੇ, ਪਰ ਇਹ ਨਹੀਂ ਇਹ ਕਹਿਣਾ ਤੇ ਜੋਗ ਆ ਗੱਲ ਵੀ ਹਾਂ ਗੁਰਬਾਣੀ ਦੇ ਅਰਥ ਵੀ ਵਿਚਾਰੋ, ਪਰ ਇਹ ਕਹਿ ਦੇਣਾ ਵੀ ਜੇ ਅਰਥ ਨਹੀਂ ਸਮਝ ਆਏ ਤੇ ਕੋਈ ਫਾਇਦਾ ਨਹੀਂ ਪਾਠ ਕਰਨ ਦਾ, ਇਹ ਗੱਲ ਦਾ ਜਿਹੜਾ ਪ੍ਰਚਾਰ ਹੋ ਰਿਹਾ ਇਹ ਚੀਜ਼ ਗਲਤ ਆ ਕਿ ਪਾਠ ਕਰਨ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਮਹਾਰਾਜ ਜੀ ਨੇ ਉੱਥੇ ਫਿਰ ਉਹ ਸਾਖੀ ਤੋਂ ਸਿੱਖਿਆ ਦਿੱਤੀ ਵੀ ਗੁਰਬਾਣੀ ਤੱਤ ਵਸਤੂ ਆ, ਜੇ ਅੰਦਰ ਜਾਵੇਗੀ ਤੇ ਥੰਧਿਆਈ ਆਪਣੀ ਜ਼ਰੂਰ ਛੱਡੇਗੀ, ਜ਼ਰੂਰ ਕਲਿਆਣ ਕਰੇਗੀ। ਅਸਲ ਵਿੱਚ ਗੁਰਬਾਣੀ ਪੜ੍ਹਦਿਆਂ ਜਦੋਂ ਐਨ ਪ੍ਰੇਮ ਹਿਰਦੇ ਵਿੱਚ ਆ ਜਾਂਦਾ ਫਿਰ ਤਾਂ ਆਪੇ ਅਰਥ ਸਮਝਣ ਆਉਣ ਲੱਗ ਪੈਂਦੇ ਆ। ਨਹੀਂ ਤੇ ਐਸਾ ਤਾਂ ਕੋਈ ਬਾਤ ਨਹੀਂ, ਕੋਈ ਵਿਰਲਾ ਹੀ ਆ ਜਿਹਨੂੰ ਗੁਰਬਾਣੀ ਦੇ ਥੋੜ੍ਹੇ ਅਰਥ ਵੀ ਨਹੀਂ ਪਤਾ। ਤਕਰੀਬਨ ਕੀਰਤਨ ਕਥਾ ਪਾਠ ਕਰਦਿਆਂ ਅਰਥਾਂ ਦਾ ਪਤਾ ਲੱਗੀ ਜਾਂਦਾ। ਕਈ ਡੂੰਘਾਈ ਵਾਲੇ ਅਰਥ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਵਿਚਾਰ ਸਕਦੇ ਹਾਂ, ਪਰ ਗੁਰਬਾਣੀ ਜਿਉਂ-ਜਿਉਂ ਪ੍ਰੇਮ ਹਿਰਦੇ 'ਚ ਵਧੇਗਾ ਬਣੇਗਾ ਤਿਉਂ-ਤਿਉਂ ਫਿਰ ਅਰਥ ਵੀ ਆਪੇ ਸਮਝ ਆਉਣ ਲੱਗ ਪੈਣੇ। ਪਰ ਇਹ ਕਹਿਣਾ ਵੀ ਪੜ੍ਹਨ ਦਾ ਕੋਈ ਲਾਭ ਨਹੀਂ, ਐਸਾ ਪ੍ਰਚਾਰ ਹੋਣਾ ਇਹ ਕੌਮ ਲਈ ਘਾਤਕ ਆ। ਜਿਵੇਂ ਸਤਿਗੁਰੂ ਜੀ ਗੁਰਬਾਣੀ ਵਿੱਚ ਵੀ ਸਾਨੂੰ ਇਹ ਸਿੱਖਿਆ ਦਿੱਤੀ ਨਾ, ਮਹਾਰਾਜ ਸਤਿਗੁਰੂ ਸਾਹਿਬ ਜੀ ਉੱਥੇ ਕਹਿੰਦੇ ਵੀ ਇਹ ਕੀਰਤਨ ਮਹਾਰਾਜ ਜੀ ਜਿਵੇਂ ਸਿੱਖ ਸੁਣ ਰਹੇ ਦਾ ਆਖਣ ਅਰਥ ਨਹੀਂ ਅਜੇ ਪੂਰਨੋ ਵਿੱਚ ਸਮਝ ਆ ਰਹੇ, ਜਾਂ ਮਤਲਬ ਫਿਰ ਕੀਰਤਨ ਕਰਨਾ ਛੱਡ ਦਿਓ, ਪਾਠ ਕਰਨਾ ਛੱਡ ਦਿਓ, ਐਸਾ ਨਹੀਂ। ਮਹਾਰਾਜ ਸਾਹਿਬ ਜੀ ਗੁਰਬਾਣੀ ਵਿੱਚ ਉੱਥੇ ਫਰਮਾਉਂਦੇ ਆ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਮਹਾਰਾਜ ਅੰਮ੍ਰਿਤ ਬਾਣੀ ਤੇਰੀ, ਉੱਥੇ ਇਹਨੇ ਕਿਹਾ ਅਰਥ ਸੁਣ ਸੁਣ ਹੋਵੇ ਪਰਮਗਤ ਮੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜੇ ਕੋਈ ਸ਼ਰਧਾ ਨਾਲ ਪ੍ਰੇਮ ਨਾਲ ਗੁਰਬਾਣੀ ਸੁਣੇਗਾ ਨਾ
ਤੇ ਮਹਾਰਾਜ ਜੀ ਕਹਿੰਦੇ ਉਹਦੀ ਵੀ ਪਰਮ ਗਤੀ ਹੋਵੇਗੀ। ਜਿਵੇਂ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਮਹਾਰਾਜ ਕਹਿੰਦੇ ਸਿੱਖੋ ਰੱਤੀ ਮਾਤਰ ਵੀ ਸੰਸਾ ਨਾ ਕਰਿਓ। ਜਿਹੜਾ ਸ਼ਰਧਾ ਨਾਲ ਇੱਕ ਮਨ ਇੱਕ ਚਿੱਤ ਹੋ ਕਰਕੇ ਗੁਰਬਾਣੀ ਨੂੰ ਗਾਵੇਗਾ, ਗੁਰਬਾਣੀ ਨੂੰ ਸੁਣੇਗਾ, ਉਹ ਸੰਸਾ ਕੋਈ ਨਾ ਮਨ 'ਚ ਡਾਊਟ ਰੱਖਿਓ, ਉਹ ਪਰਮ ਗਤੀ ਨੂੰ ਜ਼ਰੂਰ ਪ੍ਰਾਪਤ ਹੋਵੇਗਾ ਜੇ ਕੋਈ ਸ਼ਰਧਾ ਨਾਲ ਗੁਣ ਗਾਵੇ। ਗੁਰਬਾਣੀ ਗਾਉਣ ਲਈ ਵੀ ਕਹਿ ਰਹੀ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਗੁਰਬਾਣੀ ਜਿੱਥੇ ਉਪਦੇਸ਼ ਰੂਪ ਹੈ ਉੱਥੇ ਭਗਤੀ ਸਰੂਪ ਵੀ ਹੈ। ਗੁਰਬਾਣੀ ਜੋ ਉਪਦੇਸ਼ ਦਿੰਦੀ ਹੈ ਸਿੱਖ ਨੇ ਉਹ ਕਮਾਉਣਾ ਵੀ ਆ, ਔਰ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਕਮਾਵੇ ਵੀ। ਜਿਵੇਂ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਨਾਨਕ ਨਾਮ ਖੁਦਾਏ ਕਾ ਦਿਲ ਹੱਛੇ ਮੁਖ ਲੇਹੋ। ਦਿਲ ਸਾਫ਼ ਕਰਕੇ ਚੜ੍ਹਦੀ ਕਲਾ ਦੇ ਨਾਲ, ਭਾਵ ਦਿਲ 'ਚੋਂ ਬੇਈਮਾਨੀਆਂ ਵੀ ਗਵਾਉਣੀਆਂ, ਓਨੈਸਟ ਵੀ ਬਣਨਾ, ਪਰ ਓਨੈਸਟ ਉਹ ਕਮਿਊਨਿਸਟਾਂ ਵਰਗਾ ਨਹੀਂ ਬਣਨਾ ਜਿਹੜੇ ਸੈਕੂਲਰਿਜ਼ਮ ਨੂੰ ਮੰਨਦੇ ਆ। ਸੈਕੂਲਰਿਜ਼ਮ ਕਹਿੰਦਾ ਵੀ ਇਹ ਧਰਮ ਨੂੰ ਵੱਖ ਕਰ ਦਿਓ ਰਾਜ ਦੇ ਨਾਲੋਂ, ਤੇ ਜਿਹੜੇ ਕਾਮਰੇਡਾਂ ਵਾਲੀ ਓਨੈਸਟੀ ਉਹੋ ਜਿਹੀ ਨਹੀਂ ਸਾਨੂੰ ਚਾਹੀਦੀ। ਓਨੈਸਟੀ ਉਹ ਓਨੈਸਟੀ ਕੀ ਆ? ਉਹ ਓਨੈਸਟ ਤੇ ਹੈ, ਲਾਲ ਬੱਤੀ ਤੇ ਖਲੋ ਜਾਂਦੇ ਆ, ਕਿਸੇ ਨਾਲ ਲੈਣ ਦੇਣ 'ਚ ਬੇਈਮਾਨੀ ਨਹੀਂ ਕਰਦੇ, ਔਰ ਲਾਲ ਬੱਤੀ ਤੇ ਖਲੋਂਦੇ, ਇਮਾਨਦਾਰੀ ਰੱਖਦੇ, ਟੈਕਸ ਦਿੰਦੇ ਆ, ਇਮਾਨਦਾਰੀ ਰੱਖਦੇ ਆ। ਪਰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਉਹੋ ਜਿਹੀ ਇਮਾਨਦਾਰੀ ਨਹੀਂ ਜਿਹੋ ਜਿਹੀ ਸਤਿਗੁਰਾਂ ਨੇ ਸਿੱਖ ਦੇ ਮਨ ਵਿੱਚ ਭਜੀ ਆ। ਉਹ ਇਮਾਨਦਾਰੀ ਜਿਹੜੀ ਆ ਨਾ, ਉਹ ਥੋੜ੍ਹੇ ਚਿਰ ਵਾਸਤੇ, ਉਹਦਾ ਕੋਈ ਭਰੋਸਾ ਨਹੀਂ, ਬਲੀਵ ਨਹੀਂ, ਕਿਹੜੇ ਵੇਲੇ ਡੋਲ ਜਾਣਾ। ਕਾਮ ਅਜ ਉਹਨਾਂ ਦੇ ਵਸ ਨਹੀਂ ਆਇਆ। ਕਹਿੰਦੇ ਆ ਓਨੈਸਟ ਆ, ਪਰ ਏਕਾਂ ਨਾਰੀ ਜਤੀ ਹੋਏ ਸਿਧਾਂਤ ਹੈ ਨਹੀਂ। ਥੋੜੇ ਚਮੇ ਲਈ ਪੱਗ ਕੀਤਾ, ਪਰ ਪਤਾ ਨਹੀਂ ਕਿਹੜੇ ਵੇਲੇ ਡੋਲ ਸਕਦੇ ਏਕਾਂ ਨਾਰੀ ਜਤੀ ਦੇ ਸਿਧਾਂਤ ਤੋਂ। ਪਰ ਥੋੜੇ ਪੈਸੇ ਦੇ ਡੋਲੇ ਨਹੀਂ, ਪਤਾ ਨਹੀਂ ਬਹੁਤਾ ਮਿਲਿਆ ਤੇ ਡੋਲ ਸਕਦੇ ਆ। ਓਨੈਸਟੀ ਮੁੱਕ ਜਾਣੀ, ਖਤਮ ਹੋ ਜਾਣੀ। ਸ਼ਰਾਬ ਪੀ ਰਿਹਾ, ਉਹ ਡਰਿੰਕ ਕਰ ਰਿਹਾ, ਇਹੋ ਜਿਹੇ ਕਈ ਹੋਰ ਕ੍ਰੀਤੀਆਂ ਆ ਰਹੀਆਂ ਉਹਦੇ ਵਿੱਚ। ਸਤਿਗੁਰੂ ਨੇ ਸਿੱਖ ਨੂੰ ਜਿਹੜਾ ਓਨੈਸਟ ਬਣਾਇਆ ਨਾ, ਉਹ ਨਵੇਕਲੀ ਚੀਜ਼ ਆ। ਉਹ ਓਨੈਸਟ ਤੋਂ ਹੈ, ਲਾਲ ਬੱਤੀ ਤੇ ਖਲੋਂਦਾ, ਆਪਣਾ ਟੈਕਸ ਤਾਰਦਾ, ਪਰ ਉਹ ਰੱਬ ਨੂੰ ਨਹੀਂ ਮੰਨਦਾ, ਕਹਿੰਦਾ ਰੱਬ ਰੁੱਬ ਹੈ ਨਹੀਂ। ਇਸ ਕਰਕੇ ਜਿਹੜੀ ਇਹ ਓਨੈਸਟੀ ਬਾਹਰ ਬੈਠਿਆਂ ਪੰਜਾਬ ਕੀ ਪ੍ਰਚਾਰਕਾਂ ਜ਼ੋਰ ਲੱਗਾ ਨਾ, ਉਹ ਬੜਾ ਉੱਥੇ ਰੂਲ ਹੁੰਦੇ ਆ, ਉਹ ਬੜੇ ਗੋਰੇ ਫੋਲੋ ਕਰਦੇ ਆ ਰੋਲ। ਵੇਖੋ ਕਿੰਨੀ ਉਹਨਾਂ 'ਚ ਓਨੈਸਟੀ, ਇਮਾਨਦਾਰੀ ਹੈ, ਤੇ ਆਪਣੇ ਪੁਰਾਤਨ ਸਿੱਖਾਂ ਨੂੰ ਤੇ ਹੋਰ ਗੁਰ ਇਤਿਹਾਸ ਨੂੰ ਭੰਡੀ ਤੁਰੀ ਜਾਂਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਸੰਤ ਬਾਬਾ ਜਰਨੈਲ ਸਿੰਘ ਜੀ ਵਰਗਾ ਸਤਿਗੁਰਾਂ ਨੇ ਸੰਤ ਸਿਪਾਹੀ ਬਣਾਇਆ, ਜਿਹੜਾ ਸੱਚਮੁੱਚ ਓਨੈਸਟ ਆ, ਸੱਚਮੁੱਚ ਇਮਾਨਦਾਰ ਆ। ਇਹ ਨਹੀਂ ਵੀ ਜਦੋਂ ਇਸ ਪ੍ਰਕਾਰ ਭੀੜ ਬਣੀ ਤੇ ਤਾਂ ਵੀ ਨਹੀਂ ਡੋਲਿਆ। ਇਸ ਪ੍ਰਕਾਰ ਜਦੋਂ ਉਹਨਾਂ ਕਈ ਲਾਲਚ ਦਿੱਤੇ, ਕਈ ਉਹਨਾਂ ਨੇ ਲਾਲਚ ਦਿੱਤੇ ਵੀ ਤੁਹਾਨੂੰ ਲੱਖਾਂ ਕਰੋੜਾਂ ਅਰਬ ਦੇ ਦਿਆਂਗੇ, ਪਾਉਂਡ ਡਾਲਰ ਦੇ ਦਿਆਂਗੇ, ਆਪਣੀ ਪਾਰਟੀ ਵੀ ਬਣਾ ਲਓ, ਪਰ ਉਹ ਡੋਲੇ ਨਹੀਂ। ਕਿਸੇ ਦਾ ਸੋਹਣਾ ਰੂਪ ਵੇਖ ਕੇ ਵੀ ਡੋਲੇ ਨਹੀਂ, ਬਹੁਤਾ ਲਾਲਚ ਵੇਖ ਕੇ ਡੋਲੇ ਵੀ ਨਹੀਂ, ਤੇ ਰੱਬ ਦੀ ਹੋਂਦ ਤੇ ਯਕੀਨ ਸੀ। ਜਿਹੜਾ ਕਾਮਰੇ ਕਮਿਊਨਿਸਟ ਜਿਹੜਾ ਹੈਗੇ ਆ, ਉਹ ਜਿਹੜੇ ਉਹਨਾਂ ਦੀ ਓਨੈਸਟੀ 'ਚ ਤੇ ਰੌਲਾ ਪਾਈ ਜਾਂਦੇ, ਆਪਣੇ ਸਿੱਖਾਂ ਨੂੰ ਭੰਡੀ ਜਾਂਦੇ ਆ। ਉਹ 'ਚ ਕਚਿਆਈ ਆ, ਕੋਈ ਭਰੋਸਾ ਨਹੀਂ, ਕਦੋਂ ਟੁੱਟ ਜਾਏ, ਡੋਲ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ, ਐਸੀ ਓਨੈਸਟੀ ਵੀ ਧਾਰਨ ਕਰਨੀ ਆ, ਪਰ ਗੁਰਬਾਣੀ ਜਿਹੜੀ ਗਾਉਣੀ ਨਾ, ਉਹਦਾ ਹੈ ਲਾਭ ਹੈ, ਗਾਉਣੀ ਵੀ ਆ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ। ਗੁਰ ਪੂਰੇ ਤੂੰ ਰਾਖਿਆ, ਆਇਓ ਸੁਣ ਪੜਨ ਕੋ ਬਾਣੀ। ਨਾਮ ਵਿਸਾਰ ਲੱਗੇ ਅਨਲਾਜ ਬਿਰਥਾ ਜਨਮ ਪ੍ਰਾਣੀ। ਆਇਓ ਸੁਣਨ ਪੜਨ ਕੋ ਬਾਣੀ। ਦੀ ਸੁਣਨ ਪੜਨ ਦੀ ਗੱਲ ਹੋ ਰਹੀ ਨਾ, ਪਹਿਲਾਂ ਸੁਣ ਪੜ੍ਹ, ਇਹ ਮਰਿਆਦਾ ਨਾ ਸਿੱਖਾ ਤਿਆਗੀ। ਫਿਰ ਸਤਿਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਸਾਖੀ ਤੋਂ ਸਿੱਖਾਂ ਨੂੰ ਇਹ ਸਿੱਖਿਆ ਦਿੱਤੀ ਸੀ, ਗੁਰਸਿੱਖੋ ਜੇ ਕੋਈ ਨਿਤਨੇਮ ਦਾ ਨੇਮ ਨਿਭਾਈ ਜਾਵੇ ਨਾ, ਨੇਮ ਵੀ, ਤੇ ਮਹਾਰਾਜ ਜੀ ਕਹਿੰਦੇ ਆ ਗੁਰਬਾਣੀ ਬਹੁਤ ਫਲਦਾਇਕ ਆ, ਬਖਸ਼ਿਸ਼ ਕਰਨ ਵਾਲੀ ਆ। ਇਸ ਕਰਕੇ ਮਹਾਰਾਜ ਇਤਿਹਾਸ ਤੇ ਬਹੁਤ ਨੰਬੇਰਾ ਆ, ਸਮਾਂ ਚਾਹੀਦਾ, ਬਹੁਤ ਨੰਬੇਰਾ ਆ। ਉਹ ਤੋਂ ਵੱਡੇ ਕੀਆਂ ਵਡਿਆਈਆਂ ਜਿਹੜੀਆਂ ਕਈਆਂ ਨਹੀਂ ਜਾ ਸਕਦੀਆਂ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਜੀਵਨ ਵਿੱਚ ਹੋਰ ਵਿਸ਼ੇਸ਼ ਇੱਕ ਸਾਖੀ ਸੀ। ਮੇਰੇ ਕੋਲ ਸਮਾਂ ਨਹੀਂ, ਫਿਰ ਆਪਾਂ ਇੱਥੇ ਸਮਾਂ ਚੱਲਣਾ, ਉੱਥੇ ਵਿਚਾਰ ਲਵਾਂਗੇ ਆਪਾਂ। ਮਹਾਰਾਜ ਨੇ ਗੁਰਬਾਣੀ ਦਾ ਸਤਿਕਾਰ ਕਰਨ ਲਈ ਵੀ ਗੁਰਸਿੱਖ ਨੂੰ ਬਹੁਤ ਸਿੱਖਿਆ ਦਿੱਤੀ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜਦੋਂ ਸਿੱਖ ਬਾਣੀ ਪੜ੍ਹਦੇ ਆਏ ਸਨ ਨਾ, ਤੇ ਸਿੱਖ ਮਹਾਰਾਜ ਇੱਕਦਮ ਪਲੰਘੇ ਤੋਂ ਉੱਠੇ, ਤੇ ਇੱਥੇ ਮਹਾਰਾਜ ਸਾਡੇ ਗੋਡੇ ਤੇ ਸੱਟ ਵੱਜ ਗਈ। ਸਿੱਖਾਂ ਪੁੱਛਿਆ, ਮਹਾਰਾਜ ਇੰਨੀ ਕਾਹਲੀ ਕਿਉਂ ਉੱਠੇ ਸੀ? ਤੇ ਮਹਾਰਾਜ ਨੇ ਕਿਹਾ ਸੀ, ਸਿੱਖਾਂ ਸੰਗਤਾਂ ਬਾਣੀ ਪੜ੍ਹਦੀਆਂ ਆ ਰਹੀਆਂ ਸਨ, ਉਹਦੇ ਸਤਿਕਾਰ ਲਈ ਉੱਠੇ ਸਨ। ਮਹਾਰਾਜ ਤੁਹਾਡੀ ਗੁਰਬਾਣੀ ਆ। ਮਹਾਰਾਜ ਕਹਿੰਦੇ ਅਸੀਂ ਸਤਿਕਾਰ ਕਰਾਂਗੇ ਤਾਂ ਸਿੱਖ ਕਰਨਗੇ ਨਾ ਸਤਿਕਾਰ। ਇਸ ਕਰਕੇ ਅਸੀਂ ਵੀ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ, ਘਰ ਵਿੱਚ ਪਈਆਂ ਪੋਥੀਆਂ ਦਾ ਸਤਿਕਾਰ ਕਰੀਏ।
ਗੁਰਦੁਆਰੇ ਵਿੱਚ ਕਿੰਨੀਆਂ ਪੋਥੀਆਂ ਗਈਆਂ ਵੇਖੀ ਦੀਆਂ ਪਈਆਂ ਹੁੰਦੀਆਂ, ਕੋਈ ਸੇਵਾ ਸੰਭਾਲ ਕਈ ਗੁਰੂ ਘਰਾਂ ਵਿੱਚ ਹੁੰਦੀ ਆ, ਪਰ ਕਈਆਂ 'ਚ ਵੇਖਿਆ ਨਹੀਂ ਹੁੰਦੀ। ਮਹਾਰਾਜ ਸਰੂਪ ਕਈ ਵਾਰ ਨਹੀਂ ਉਸ ਉਹੋ ਜਿਹੇ ਸਤਿਕਾਰੇ ਜਾ ਰਹੇ, ਘਰ 'ਚ ਪਈਆਂ ਪੋਥੀਆਂ ਦਾ ਸਤਿਕਾਰ ਨਹੀਂ। ਉੱਥੇ ਫਿਰ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਹਾ ਸੀ, ਜਿਨ ਪੈਦ ਬਣਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾ ਹੈ ਹਮਾਰਾ। ਤੇ ਅੱਜ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਗੁਰਪੁਰਬ ਮਨਾ ਰਹੇ ਹਾਂ, ਤੇ ਇਹ ਸਿੱਖਿਆ ਪੱਲੇ ਬੰਨ੍ਹ ਕੇ ਲੈ ਜਾਈਏ ਵੀ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ, ਆਪਣੀ ਜਾਨ ਨਾਲੋਂ ਵੀ ਜ਼ਿਆਦਾ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਘਰ ਵਿੱਚ ਪਈਆਂ ਪੋਥੀਆਂ ਦਾ ਸਤਿਕਾਰ ਕਰਨਾ। ਐਸੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਵਾਰ-ਵਾਰ ਨਮੋ ਨਮੋ ਨਮਸਕਾਰਿਆ। ਸਤਿਗੁਰੂ ਹਰਿਰਾਏ ਸਾਹਿਬ ਦੇ ਗੁਰਪੁਰਬ ਦੀਆਂ ਸਭਨਾਂ ਨੂੰ ਲੱਖ ਲੱਖ ਵਧਾਈਆਂ। ਸ੍ਰੀ ਭਗਤ ਰਵਿਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਹੋਈਆਂ ਭੁੱਲਾਂ ਦੀ ਮਾਫੀ ਦੇ ਦਿਓ, ਅਸੀਸ ਬਖਸ਼ਿਓ, ਕਥਾ ਕਰਨ ਦੀ ਯਾਦ ਆਵੇ, ਸਿੱਖੀ ਪਰ ਭਗਤਾਂ 'ਚ ਨਿਭ ਜਾਵੇ। ਲੇਖਿਆ ਕਿਤੇ ਨਾ ਛੁੱਟੀ ਆ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।